प्यारे बच्चों सत श्री अकाल। बच्चों दिया ते परी 4 अखरी मुक्ता शब्द का अभ्यास कर रहे हैं दुनिया दी मदद नाल। आओ देखिए। पप्पे दे तुनी प, रारे दे तुनी र, पर बत बत। इसे तरह ही शर नू बत नाल मिलावांगे। शर बत शरबत। अर जन अर्जन। दर जन दर्जन। हर मन हर मन। जर मन जर्मन। ये तो बहुत ही आसान है, मैं तो चुटकी बजा के पढ़ दूंगी। खोटो खट मोलो मल खट मल मोलो मल मोलो मल मल मल। हाँ जी बच्चों, बहुत आसान है। पप्पा रारा पर, बब्बा तत्ता बत, पर्वत। इसी तरह ही शर बत मिलाया था कि बन गया जी श र ब। बच्चों तुसी भी इसी तरह सोना लिखना है। त की बन गया जी शरबत। हुन देखो अर जन अर्जन। अ र ज न। है ना बच्चों कितना आसान। अर्जन। दर जन दर्जन। द र ज न की बन गया जी दर्जन। हाँ जी बच्चों, हर मन हर मन। ह र म न की बनिया बच्चों हरमन। मल मल म ल म ल की बनिया जी मलमल। बच्चों तुसी भी हुण अपने पाठ 4 दे पाठ अभ्यास विच भाग ऊड़ा, भाग ऐड़ा अते भाग ईड़ी नू सुंदर करके लिखना है। बच्चों सत श्री अकाल, ठीक ठाक हो बेटा। अज बेटा आपां कुछ बच्चे जिहड़े आ सर्कस देखण गए ते टिकट लैण लई लाइन च खड़े ने। देखो सब तो पहला कौन खड़ा है? राणो तो बाद अनंत तो बाद ज्योति तो बाद संदीप तो बाद मन्नत तो बाद तनीषा तो बाद ऐहल तो बाद सिमरन तो बाद कुलजीत ਅਤੇ ਕੁਲਜੀਤ ਤੋਂ ਬਾਅਦ ਅਮਨ। ਹੁਣ ਆਪਾਂ ਜੇ ਇਦਾਂ ਗਿਣੀਏ ਤਾਂ ਅਮਨ ਤੋਂ ਪਹਿਲਾਂ ਕੁਲਜੀਤ ਤੋਂ ਪਹਿਲਾਂ ਸਿਮਰਨ ਤੋਂ ਪਹਿਲਾਂ ऐहल तो पहला तनीषा तो पहला कौन खड़ा है? मन्नत तो पहला संदीप तो पहला ज्योति तो पहला अनंत ते अनंत तो पहला राणो। हुण बेटा आपां देखदे हैं कि जिवें ज्योति
ਤੇ ਮੰਨਤ ਦੇ ਵਿਚਕਾਰ ਕੌਣ ਖੜਾ ਹੈ? ਸੰਦੀਪ। ਇਸੇ ਤਰ੍ਹਾਂ ਸਿਮਰਨ ਅਤੇ ਅਮਨ ਦੇ ਵਿਚਕਾਰ ਕੌਣ ਖੜਾ ਹੈ? ਕੁਲਜੀਤ। ਕੁਲਜੀਤ ਤੋਂ ਬਿਲਕੁਲ ਪਹਿਲਾਂ ਕੌਣ ਖੜਾ ਹੈ? ਸਿਮਰਨ। ਸਿਮਰਨ ਤੋਂ ਬਿਲਕੁਲ ਬਾਅਦ 'ਚ ਕੌਣ ਖੜਾ ਹੈ? ਕੁਲਜੀਤ। ਹੁਣ ਦੇਖੀਏ ਤਨੀਸ਼ਾ ਅਤੇ ਸਿਮਰਨ ਦੇ ਵਿਚਕਾਰ ਕੌਣ ਹੈ? ਅਹਿਲ। ਤੇ ਅਹਿਲ ਤੋਂ ਬਿਲਕੁਲ ਪਹਿਲਾਂ ਕੌਣ ਖੜਾ ਹੈ? ਤਨੀਸ਼ਾ। ਫਿਰ ਰਾਣੋ ਅਤੇ ਜੋਤੀ ਦੇ ਵਿਚਕਾਰ ਕੌਣ ਖੜਾ ਹੈ? ਅਨੰਤ। ਜੋਤੀ ਤੋਂ ਬਿਲਕੁਲ ਬਾਅਦ 'ਚ ਕੌਣ ਖੜਾ ਹੈ? ਸੰਦੀਪ। ਹੁਣ ਬੇਟਾ ਦੇਖੋ ਤੇ ਇਹਨਾਂ ਨੇ ਟਿਕਟਸ ਲੈ ਲਈਆਂ ਤੇ ਰਾਣੋ ਦੀ ਟਿਕਟ ਦਾ ਨੰਬਰ ਹੈਗਾ 11, ਅਨੰਤ ਦੀ ਟਿਕਟ ਦਾ ਨੰਬਰ 12, ਜੋਤੀ ਦੀ ਟਿਕਟ 13, ਸੰਦੀਪ ਦੀ ਟਿਕਟ 14, ਮੰਨਤ 15, ਤਨੀਸ਼ਾ 16, ਅਹਿਲ 17, ਸਿਮਰਨ 18, ਕੁਲਜੀਤ 19 ਅਤੇ ਅਮਨ ਦੀ ਟਿਕਟ ਦਾ ਨੰਬਰ 20। ਹੁਣ ਆਪਾਂ ਇਹਨਾਂ ਦੇ ਨਾਵਾਂ ਨਾਲ ਨਹੀਂ ਬੁਲਾਵਾਂਗੇ, ਆਪਾਂ ਇਹਨਾਂ ਦੇ ਟਿਕਟ ਨੰਬਰ ਨਾਲ ਬੁਲਾਵਾਂਗੇ। ਫਿਰ ਦੇਖੋ ਸਭ ਤੋਂ ਪਹਿਲਾਂ ਕੌਣ ਹੈ? 11, 11 ਤੋਂ ਬਾਅਦ 12, 12 ਤੋਂ ਬਾਅਦ 13, 13 ਤੋਂ ਬਾਅਦ 14, 14 ਤੋਂ ਬਾਅਦ 15, 15 ਤੋਂ ਬਾਅਦ 16, 16 ਤੋਂ ਬਾਅਦ 17, 17 ਤੋਂ ਬਾਅਦ 18, 18 ਤੋਂ ਬਾਅਦ 19, 19 ਤੋਂ ਬਾਅਦ 20। ਹੁਣ ਬੇਟਾ ਆਪਾਂ ਫਿਰ ਪਹਿਲਾਂ ਗਿਣਦੇ ਆ ਕਿ 20 ਤੋਂ ਪਹਿਲਾਂ ਕੀ ਆਇਆ? 19, 19 ਤੋਂ ਪਹਿਲਾਂ 18, 18 ਤੋਂ ਪਹਿਲਾਂ 17, 17 ਤੋਂ ਪਹਿਲਾਂ 16, 16 ਤੋਂ ਪਹਿਲਾਂ 15, 15 ਤੋਂ ਪਹਿਲਾਂ 14, 14 ਤੋਂ ਪਹਿਲਾਂ 13, 13 ਤੋਂ ਪਹਿਲਾਂ 12 ਤੇ 12 ਤੋਂ ਪਹਿਲਾਂ 11। ਹੁਣ ਦੇਖੀਏ 12 ਅਤੇ 14 ਦੇ ਵਿਚਕਾਰ ਕੌਣ ਹੈ? 13। 15 ਅਤੇ 17 ਦੇ ਵਿਚਕਾਰ ਕੌਣ? 16। ਫਿਰ 18 ਤੋਂ ਬਿਲਕੁਲ ਪਹਿਲਾਂ ਕੌਣ? 17। 18 ਤੋਂ ਬਿਲਕੁਲ ਬਾਅਦ ਕੌਣ? 19। ਸੰਖਿਆ ਪੱਟੀ ਤੇ ਉਹਨਾਂ ਦੇ ਟਿਕਟ ਨੰਬਰ ਲਿਖੇ ਨੇ 11 ਤੋਂ 20 ਤੱਕ। ਆਪਾਂ ਇਸ ਸੰਖਿਆ ਖਿੜਕੀ ਰਾਹੀਂ ਦੇਖਾਂਗੇ ਕਿ ਕਿਹੜਾ ਨੰਬਰ ਪਹਿਲਾਂ ਆਉਂਦਾ ਹੈ, ਕਿਹੜਾ ਬਾਅਦ ਵਿੱਚ ਤੇ ਕਿਹੜਾ ਵਿਚਕਾਰ। ਹੁਣ ਬੇਟਾ ਆਪਾਂ ਦੇਖੀਏ ਇਹ ਕਿੰਨਾ ਨੰਬਰ ਹੈ? 15। ਹੁਣ 15 ਤੋਂ ਬਿਲਕੁਲ ਪਹਿਲਾ ਨੰਬਰ 14। ਇਸੇ ਤਰ੍ਹਾਂ 15 ਤੋਂ ਬਿਲਕੁਲ ਬਾਅਦ ਕਿਹੜਾ ਨੰਬਰ ਹੈ? 16। ਹੁਣ ਆਪਾਂ ਇਸ ਨੂੰ ਨੰਬਰ ਬਦਲਦੇ ਹਾਂ ਤਾਂ ਦੇਖੀਏ 15 ਅਤੇ 17 ਦੇ ਵਿਚਕਾਰ ਕਿਹੜਾ ਨੰਬਰ ਹੈ? 16। ਫਿਰ ਬੇਟਾ ਇਥੋਂ ਆਪਾਂ ਇੱਕ ਬਹੁਤ ਵਧੀਆ ਤੁਕ ਬਣਦੀ ਆ ਕਿ ਪਹਿਲਾਂ ਆਉਣਾ ਕੀ, ਬਾਅਦ ਚ ਆਉਣਾ ਕੀ, ਆਉਣਾ ਕੀ ਵਿਚਕਾਰ, ਗਿਣਤੀ ਸਿੱਧੀ ਪੁੱਠੀ ਕਰੀਏ, ਕਰੀਏ ਸੋਚ ਵਿਚਾਰ। ਹੁਣ ਇਸੇ ਤਰ੍ਹਾਂ ਤੁਸੀਂ ਘਰ ਦੇ ਕੰਮ ਵਿੱਚ ਬੇਟਾ ਸੰਖਿਆਵਾਂ ਲਿਖ ਕੇ ਤਾਂ ਉਹਨਾਂ ਚੋਂ ਪਹਿਲਾਂ ਕਿਹੜੀ ਸੰਖਿਆ ਹੈ, ਬਾਅਦ ਚ ਕਿਹੜੀ ਸੰਖਿਆ ਹੈ ਤੇ ਵਿਚਕਾਰ ਕਿਹੜੀ ਸੰਖਿਆ ਹੈ ਘਰ ਦੇ ਕੰਮ ਵਿੱਚ ਕਰਨਾ ਹੈ। ਅੱਜ ਦੇ ਲਈ ਇੰਨਾ ਹੀ। ਧੰਨਵਾਦ। Children, let us get to know our letters from A to Z. Yes, I know you very well know them. But today we'll get to know the small letters from A to Z. Let us read all the letters one by one. Come. Children, look here. All your friends are waiting for you. A. A. B. B. C. C. I hope you are chanting. D. D. E. E. F. F.
G G H H I J J K K L L M M N N O O P P Q Q R R S S T T U U V V W W X X Y Y Z Z. And now it's time for homework. Children, practice reading A to Z with the rule: see it, hear it, and say it. Thank you. ਨਮਸਤੇ ਜਮਾਤੇ ਬਹੁਤ ਹੀ ਨੰਨੇ ਮੁੰਨੇ ਪਿਆਰੇ ਬੱਚਿਓ ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਜਿਵੇਂ ਕਿ ਤੁਸੀਂ ਕਰ ਚੁੱਕੇ ਹੋ ਰੰਗਾਂ ਦੇ ਨਾਂ ਫਲਾਂ ਦੇ ਨਾਂ ਸਬਜ਼ੀਆਂ ਦੇ ਨਾਂ ਤੇ ਜਾਨਵਰਾਂ ਦੇ ਨਾਂ ਪਿਆਰੇ ਬੱਚਿਓ ਅੱਜ ਅਸੀਂ ਭਲਾ ਕੀ ਕਰਨਾ ਹੈ ਹਾਂਜੀ ਅੱਜ ਅਸੀਂ ਅਭਿਆਸ ਵਿੱਚੋਂ ਇਹਨਾਂ ਸਾਰਿਆਂ ਨੂੰ ਜੋ ਕਿ ਇਕੱਠੇ ਲਿਖੇ ਹੋਏ ਹਨ ਰੰਗ ਵੀ ਫਲ ਵੀ ਸਬਜ਼ੀਆਂ ਵੀ ਤੇ ਜਾਨਵਰ ਵੀ ਇਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਲਿਖਿਆ ਹੋਇਆ ਹੈ ਤੇ ਸਾਡਾ ਕੰਮ ਹੈ ਇਹਨਾਂ ਸਾਰਿਆਂ ਦੀ ਚੋਣ ਕਰਕੇ ਇਹਨਾਂ ਨੂੰ ਵੱਖ-ਵੱਖ ਕਰਨਾ ਆਓ ਫਿਰ ਇਸ ਗਤੀਵਿਧੀ ਨੂੰ ਕਰਦੇ ਹਾਂ ਆਓ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਰੰਗਾਂ ਨੂੰ ਚੁਣਦੇ ਹਾਂ ਇਹ ਰੰਗ ਹੈ ਲਾਲ ਪਿਆਰੇ ਬੱਚਿਓ ਲਾਲ ਤਾਂ ਸੇਬ ਵੀ ਹੁੰਦਾ ਹੈ ਲਾਲ ਅਨਾਰ ਵੀ ਹੁੰਦਾ ਹੈ ਹਾਂਜੀ ਇਹ ਰੰਗ ਹੈ ਪੀਲਾ ਤੇ ਪੀਲੇ ਰੰਗ ਦੀ ਇਹ ਗਲਗਲ ਹੈ ਜਿਸ ਦਾ ਅਸੀਂ ਅਚਾਰ ਪਾਉਂਦੇ ਹਾਂ ਪੀਲਾ ਤਾਂ ਪਪੀਤਾ ਵੀ ਹੁੰਦਾ ਹੈ ਪਿਆਰੇ ਬੱਚਿਓ ਇਹ ਹੈ ਕਾਲਾ ਕਾਲਾ ਕਾਂ ਕਾਲੀ ਕੋਇਲ ਕਾਲੇ ਵਾਲ ਇਹ ਹੈ ਹਰਾ ਪਿਆਰੇ ਬੱਚਿਓ ਇਹ ਦੇਖੋ ਇੱਥੇ ਪੱਤਿਆਂ ਦਾ ਰੰਗ ਕਿਹੜਾ ਹੈ ਹਰਾ ਹੈ ਹੁਣ ਫਲਾਂ ਨੂੰ ਚੁਣਦੇ ਹਾਂ ਬੱਚਿਓ ਫਲਾਂ ਦੇ ਨਾਂ ਵਿੱਚੋਂ ਇਹ ਪਹਿਲਾ ਨਾਂ ਹੈ ਸੇਬ ਤੁਸੀਂ ਖਾਂਦੇ ਹੋ ਨਾ ਸੇਬ ਇਹ ਹੈ ਅਮਰੂਦ ਮੈਨੂੰ ਬੜਾ ਪਸੰਦ ਹੈ ਤੇ ਇਹ ਹੈ ਅੰਬ ਫਲਾਂ ਦਾ ਰਾਜਾ ਅੰਬ ਹਾਂਜੀ ਇਹ ਹੈ ਕੇਲਾ ਜੋ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ ਪਿਆਰੇ ਬੱਚਿਓ ਇਹ ਹੈ ਸੰਤਰਾ ਖਾਂਦੇ ਹੋ ਨਾ ਤੁਸੀਂ ਸੰਤਰੇ ਕਿੰਨੇ ਸਵਾਦ ਹੁੰਦੇ ਹਨ ਤੇ ਇਹ ਹਨ ਅੰਗੂਰ ਪਿਆਰੇ ਬੱਚਿਓ ਇਹਨਾਂ ਅੰਗੂਰਾਂ ਨੇ ਜੇ ਪੱਕਣਾ ਹੈ ਲੱਗਦਾ ਮੈਨੂੰ ਤਾਂ ਇਹ ਹੁਣ ਅਸੀਂ ਸਬਜ਼ੀਆਂ ਦੇ ਨਾਂ ਚੁਣਦੇ ਹਾਂ ਬੱਚਿਓ ਇਹ ਹੈ ਗੋਭੀ ਖਾਂਦੇ ਹੋ ਗੋਭੀ ਬੜੀ ਸਵਾਦ ਹੁੰਦੀ ਹੈ ਗੋਭੀ ਦੀ ਸਬਜ਼ੀ ਇਹ ਹੈ ਗਾਜਰ ਲਾਲ ਲਾਲ ਗਾਜਰ ਇਹ ਹੈ ਮੂਲੀ ਪਿਆਰੇ ਬੱਚਿਓ ਮੂਲੀ ਨੂੰ ਸਲਾਦ ਵਜੋਂ ਵੀ ਵਰਤਿਆ ਜਾਂਦਾ ਹੈ ਇਹ ਹੈ ਹਰੇ ਮਟਰ
ਬਹੁਤ ਸਵਾਦ ਹੁੰਦੀ ਹੈ ਇਹਨਾਂ ਦੀ ਸਬਜ਼ੀ ਤਾਂ। ਇਹ ਹੈ ਬੈਂਗਣ। ਬੈਂਗਣ ਦਾ ਤਾਂ ਭੜਥਾ ਵੀ ਬਣ ਜਾਂਦਾ ਹੈ। ਹੁਣ ਅਸੀਂ ਜਾਨਵਰਾਂ ਦੇ ਨਾਂ ਚੁਣਦੇ ਹਾਂ ਪਿਆਰੇ ਬੱਚਿਓ। ਇਹ ਹੈ ਗਾਂ। ਬੱਚਿਓ ਤੁਹਾਡੇ ਘਰ ਵੀ ਹੈ ਗਾਂ? ਹਾਂਜੀ। ਜਾਨਵਰ ਹੈ ਬਾਂਦਰ। ਬਾਂਦਰ ਬਹੁਤ ਸ਼ਰਾਰਤੀ ਹੁੰਦਾ ਹੈ ਬੱਚਿਓ। ਇਹ ਹੈ ਹਿਰਨ। ਹਿਰਨ ਬਹੁਤ ਤੇਜ਼ ਦੌੜਦਾ ਹੈ। ਦੇਖੋ ਕਿਵੇਂ ਦੌੜ ਰਿਹਾ ਹੈ। ਇਹ ਹੈ ਸ਼ੇਰ। ਜੰਗਲ ਦਾ ਰਾਜਾ ਸ਼ੇਰ। ਹਾਂਜੀ ਬੱਚਿਓ, ਇਹ ਹੈ ਸਾਡੀ ਪਿਆਰੀ ਬਿੱਲੀ, ਮਾਣੋ ਬਿੱਲੀ। ਇਹ ਹੈ ਹਾਥੀ। ਹਾਥੀ ਬਹੁਤ ਤਾਕਤਵਰ ਹੁੰਦਾ ਹੈ। ਨੂੰ ਬਹੁਤ ਚੰਗੀ ਤਰ੍ਹਾਂ ਕਰ ਲਿਆ ਹੈ ਤੇ ਹੁਣ ਵਾਰੀ ਹੈ ਤੁਹਾਡੇ ਘਰ ਦੇ ਕੰਮ ਦੀ। ਤੇ ਘਰ ਦਾ ਕੰਮ ਵੀ ਇਹੀ ਹੈ ਕਿ ਇਹ ਸਭ ਨੂੰ ਸੋਹਣੀ ਸੋਹਣੀ ਲਿਖਾਈ ਵਿੱਚ ਲਿਖਣਾ ਹੈ ਤੇ ਚੰਗੀ ਤਰ੍ਹਾਂ ਯਾਦ ਵੀ ਕਰਨਾ ਹੈ। ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਅਸੀਂ ਜਮਾਤ ਦੂਜੀ ਵਿਸ਼ਾ ਗਣਿਤ ਵਿੱਚ ਪੰਨਾ ਨੰਬਰ 62 ਤੇ ਦਿੱਤੇ ਹੋਏ ਸਵਾਲਾਂ ਨੂੰ ਹੱਲ ਕਰਦੇ ਹਾਂ। ਅਵਨੀਤ ਨੇ ਆਪਣੀ ਕਿਆਰੀ ਵਿੱਚ ਗੁਲਾਬ ਦੇ 20 ਪੌਦੇ ਅਤੇ ਗੇਂਦੇ ਦੇ 10 ਪੌਦੇ ਲਗਾਏ। ਅਵਨੀਤ ਨੇ ਕਿੰਨੇ ਪੌਦੇ ਲਗਾਏ? ਆਓ ਦੇਖਦੇ ਹਾਂ। ਅਵਨੀਤ ਨੇ ਗੁਲਾਬ ਦੇ 20 ਪੌਦੇ ਲਗਾਏ। ਅਵਨੀਤ ਨੇ ਗੇਂਦੇ ਦੇ 10 ਪੌਦੇ ਲਗਾਏ। ਤਾਂ ਬੱਚਿਓ 20 ਅਤੇ 10 ਅਸੀਂ ਇਸ ਦਾ ਜੋੜ ਕਰਦੇ ਹਾਂ। ਬੱਚਿਓ 20 ਦੇ ਵਿੱਚ 10 ਜੋੜਨ ਤੇ ਸਾਨੂੰ 30 ਪ੍ਰਾਪਤ ਹੋਇਆ। ਤਾਂ ਅਸੀਂ ਦੇਖਦੇ ਹਾਂ ਕਿ ਹੁਣ ਅਵਨੀਤ ਨੇ ਕਿੰਨੇ ਪੌਦੇ ਲਗਾਏ। ਗੁਲਾਬ ਦੇ 20 ਪੌਦੇ, ਗੇਂਦੇ ਦੇ 10 ਪੌਦੇ, ਤਾਂ ਅਵਨੀਤ ਨੇ 30 ਪੌਦੇ ਲਗਾਏ। ਸੰਜੀਵ ਕੋਲ 30 ਗੁਬਾਰੇ ਸਨ। ਬੌਬੀ ਨੇ ਉਸ ਨੂੰ 15 ਗੁਬਾਰੇ ਹੋਰ ਦੇ ਦਿੱਤੇ। ਸੰਜੀਵ ਕੋਲ ਹੁਣ ਕਿੰਨੇ ਗੁਬਾਰੇ ਹੋ ਗਏ? ਸੰਜੀਵ ਕੋਲ 30 ਗੁਬਾਰੇ ਸਨ। ਬੌਬੀ ਨੇ ਸੰਜੀਵ ਨੂੰ 15 ਗੁਬਾਰੇ ਦਿੱਤੇ। ਤਾਂ ਅਸੀਂ ਦੇਖਣਾ ਹੈ ਕਿ ਹੁਣ ਸੰਜੀਵ ਕੋਲ ਕਿੰਨੇ ਗੁਬਾਰੇ ਹੋ ਗਏ। ਤਾਂ ਪਿਆਰੇ ਬੱਚੋ, ਇਸ ਦੇ ਲਈ ਅਸੀਂ 30 ਅਤੇ 15 ਨੂੰ ਜੋੜਾਂਗੇ। ਪਿਆਰੇ ਬੱਚਿਓ, ਦਿੱਤੀ ਹੋਈ ਸੰਖਿਆ 15 ਨੂੰ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ, 10 ਅਤੇ 5। ਤਾਂ ਆਓ ਅਸੀਂ ਇਸ ਤੋਂ ਅੱਗੇ ਜੋੜ ਕਰਨਾ ਸ਼ੁਰੂ ਕਰਦੇ ਹਾਂ। ਬੱਚਿਓ, ਸੰਜੀਵ ਕੋਲ 30 ਗੁਬਾਰੇ ਹਨ। ਬੌਬੀ ਨੇ ਸੰਜੀਵ ਨੂੰ 10 ਗੁਬਾਰੇ ਦਿੱਤੇ ਤਾਂ ਉਸ ਕੋਲ 40 ਗੁਬਾਰੇ ਹੋ ਗਏ। ਬੌਬੀ ਨੇ ਸੰਜੀਵ ਨੂੰ 5 ਗੁਬਾਰੇ ਹੋਰ ਦੇ ਦਿੱਤੇ ਤਾਂ ਉਸ ਕੋਲ 45 ਗੁਬਾਰੇ ਹੋ ਗਏ। ਤਾਂ ਇਸ ਤਰ੍ਹਾਂ ਅਸੀਂ ਦੇਖਿਆ ਕਿ ਸੰਜੀਵ ਦੇ ਕੋਲ 45 ਗੁਬਾਰੇ ਹੋ ਗਏ। ਦੂਸਰੀ ਜਮਾਤ ਵਿੱਚ 18 ਕੁੜੀਆਂ ਅਤੇ 21 ਮੁੰਡੇ ਹਨ। ਦੂਸਰੀ ਜਮਾਤ ਵਿੱਚ ਕਿੰਨੇ ਵਿਦਿਆਰਥੀ ਹਨ? ਬੱਚਿਓ, ਆਓ ਅਸੀਂ ਸ਼ੁਰੂ ਕਰਦੇ ਹਾਂ। ਦੂਸਰੀ ਜਮਾਤ ਵਿੱਚ ਕੁੜੀਆਂ ਬਰਾਬਰ 18, ਦੂਸਰੀ ਜਮਾਤ ਵਿੱਚ ਮੁੰਡੇ ਬਰਾਬਰ 21। ਤਾਂ ਅਸੀਂ ਪਤਾ ਕਰਨਾ ਹੈ ਕਿ ਦੂਸਰੀ ਜਮਾਤ ਵਿੱਚ ਕਿੰਨੇ ਵਿਦਿਆਰਥੀ ਹਨ। ਇਸ ਦੇ ਲਈ ਅਸੀਂ 18 ਅਤੇ 21 ਦਾ ਜੋੜ ਕਰਾਂਗੇ। ਪਿਆਰੇ ਵਿਦਿਆਰਥੀਓ, ਪਿਛਲੇ ਸਵਾਲ ਦੀ ਤਰ੍ਹਾਂ ਇਸ ਵਿੱਚ ਵੀ ਅਸੀਂ 21 ਨੂੰ 3 ਭਾਗਾਂ ਵਿੱਚ ਵੰਡਦੇ ਹਾਂ, 10, 10 ਅਤੇ 1, ਕਿਉਂਕਿ 10 ਅਤੇ 10 20 ਅਤੇ 20 ਦੇ ਵਿੱਚ 1 ਜੋੜੇ ਤੋਂ 21 ਪ੍ਰਾਪਤ ਹੁੰਦਾ ਹੈ। ਤਾਂ ਆਓ ਅਸੀਂ ਜੋੜ ਕਰਨਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ 18 ਦੇ ਵਿੱਚ ਅਸੀਂ 10 ਜੋੜਦੇ ਹਾਂ। 18 ਵਿੱਚ 10 ਜੋੜਨ ਤੇ ਸਾਨੂੰ 28 ਪ੍ਰਾਪਤ ਹੋਇਆ। 28 ਵਿੱਚ ਅਸੀਂ 10 ਹੋਰ ਜੋੜਦੇ ਹਾਂ ਤਾਂ ਇਸ ਤਰ੍ਹਾਂ ਸਾਨੂੰ 38 ਪ੍ਰਾਪਤ ਹੋਇਆ। 38 ਵਿੱਚ ਅਸੀਂ 1 ਹੋਰ ਜੋੜਦੇ ਹਾਂ ਤਾਂ ਇਸ ਨਾਲ ਸਾਨੂੰ 39 ਪ੍ਰਾਪਤ ਹੋਇਆ। ਤਾਂ ਬੱਚਿਓ, ਅਸੀਂ ਦੇਖਿਆ ਕਿ 18 ਅਤੇ 21 ਦਾ ਜੋੜ 39 ਹੁੰਦਾ ਹੈ। ਆਓ ਦੇਖਦੇ ਹਾਂ ਕਿ ਦੂਸਰੀ ਜਮਾਤ ਵਿੱਚ 18 ਕੁੜੀਆਂ ਅਤੇ ਦੂਸਰੀ ਜਮਾਤ ਵਿੱਚ 21 ਮੁੰਡੇ ਹਨ। ਤਾਂ ਜਮਾਤ ਵਿੱਚ 39 ਵਿਦਿਆਰਥੀ ਹਨ। ਪਿਆਰੇ ਬੱਚਿਓ, ਇਹ ਕੰਮ ਹੁਣ ਤੁਸੀਂ ਆਪਣੀਆਂ ਕਾਪੀਆਂ ਉੱਤੇ ਜ਼ਰੂਰ ਕਰਨਾ ਹੈ। ਧੰਨਵਾਦ। Hello kids! As we all know, we are doing vowel sound I. Today we will make some words with sound in and ip. Let's start. B
in, bin, bin, p, in, pin, pin, t, in, tin, tin, w, in, win, win, f, in, fin, fin, s, in, sin. Now make some words with sound ib, b, ib, bib, bib, n, ib, nib, nib, r, ib, rib, rib. Kids, let's read again. B, in, bin, bin, p, in, pin, pin, t, in, tin, tin, w, in, win, win, f, in, fin, fin, s, in, sin. Words with sound ib. Let's read. B, ib, bib, bib, n, ib, nib, nib, r, ib, rib, rib. Let's read once again. Bin, pin, tin, win, fin, sin, bib, nib, rib. It's time for homework. Kids, write down these words in your notebook. Keep learning. Thank you. ਅਰੇ ਬੱਚਿਓ, ਅੱਜ ਅਸੀਂ ਵਿਸ਼ਾ ਸਵਾਗਤ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ। ਸਾਨੂੰ ਜ਼ਿੰਦਗੀ ਦਾ ਸਵਾਗਤ ਖੁੱਲੇ ਦਿਲ ਨਾਲ ਕਰਨਾ ਚਾਹੀਦਾ ਹੈ। ਭਾਵ ਕਿ ਸਾਨੂੰ ਜ਼ਿੰਦਗੀ ਦਾ ਹਰ ਪਲ ਖੁਸ਼ੀ-ਖੁਸ਼ੀ ਮਾਣਨਾ ਚਾਹੀਦਾ ਹੈ। ਪਿਆਰੇ ਬੱਚਿਓ, ਅੱਜ ਮੈਂ ਤੁਹਾਨੂੰ ਕੁਝ ਪ੍ਰਸ਼ਨ ਪੁੱਛਾਂਗੀ ਜਿਸ ਦੇ ਉੱਤਰ ਤੁਸੀਂ ਦਿਓਗੇ। ਅੱਛਾ, ਚਲੋ ਦੱਸੋ, ਤੁਹਾਨੂੰ ਆਪਣਾ ਘਰ ਚੰਗਾ ਲੱਗਦਾ ਹੈ ਕਿ ਸਕੂਲ? ਮੈਡਮ ਜੀ, ਮੈਨੂੰ ਆਪਣਾ ਘਰ ਅਤੇ ਸਕੂਲ ਦੋਵੇਂ ਹੀ ਚੰਗੇ ਲੱਗਦੇ ਹਨ। ਵਾਹ ਜੀ ਵਾਹ, ਦੋਵੇਂ ਚੰਗੇ ਲੱਗਦੇ। ਚਲੋ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਘਰ ਕਿਉਂ ਚੰਗਾ ਲੱਗਦਾ ਹੈ? ਘਰ ਵਿੱਚ ਮੈਂ ਆਪਣੇ ਮੰਮੀ ਪਾਪਾ ਅਤੇ ਭੈਣ ਭਰਾ ਨਾਲ ਖੇਡਦਾ ਹਾਂ। ਮੇਰੇ ਦਾਦੀ ਮਾਂ ਮੈਨੂੰ ਕਹਾਣੀ ਸੁਣਾਉਂਦੇ ਹਨ। ਪਾਪਾ ਮੇਰੇ ਲਈ ਨਵੇਂ ਖਿਡੌਣੇ ਲਿਆਉਂਦੇ ਹਨ। ਅੱਛਾ, ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਸਕੂਲ ਕਿਉਂ ਚੰਗਾ ਲੱਗਦਾ ਹੈ? ਸਕੂਲ ਵਿੱਚ ਮੈਂ ਪੜ੍ਹਦਾ ਹਾਂ, ਹਰ ਰੋਜ਼ ਕੁਝ ਨਵਾਂ ਸਿੱਖਦਾ ਹਾਂ। ਸਕੂਲ ਵਿੱਚ ਮੈਂ ਆਪਣੇ ਦੋਸਤਾਂ ਨੂੰ ਵੀ ਮਿਲਦਾ ਹਾਂ, ਦੋਸਤਾਂ ਨਾਲ ਖੇਡਦਾ ਹਾਂ, ਝੂਲੇ ਝੂਲਦਾ ਹਾਂ। ਅੱਛਾ, ਹੁਣ ਤੁਸੀਂ ਦੱਸੋ, ਘਰ ਵਿੱਚ ਤੁਹਾਡਾ ਧਿਆਨ ਕੌਣ ਰੱਖਦਾ ਹੈ? ਘਰ ਵਿੱਚ ਮੇਰਾ ਧਿਆਨ ਮੇਰੇ ਮੰਮੀ ਪਾਪਾ, ਦਾਦਾ ਜੀ, ਦਾਦੀ ਮਾਂ ਸਾਰੇ ਹੀ ਮੇਰਾ ਧਿਆਨ ਰੱਖਦੇ ਹਨ।
ਅੱਛਾ, ਤੁਸੀਂ ਦੱਸੋ ਕਿ ਸਕੂਲ ਵਿੱਚ ਤੁਹਾਡਾ ਧਿਆਨ ਕੌਣ ਰੱਖਦਾ ਹੈ? ਸਕੂਲ ਵਿੱਚ ਮੇਰੇ ਅਧਿਆਪਕ ਮੇਰਾ ਧਿਆਨ ਰੱਖਦੇ ਹਨ। ਬਿਲਕੁਲ ਠੀਕ। ਹੁਣ ਮੈਨੂੰ ਦੱਸੋ ਕਿ ਤੁਹਾਨੂੰ ਸਕੂਲ ਵਿੱਚ ਕੌਣ ਪੜ੍ਹਾਉਂਦਾ ਹੈ? ਸਕੂਲ ਵਿੱਚ ਮੇਰੇ ਪਿਆਰੇ ਅਧਿਆਪਕ ਮੈਨੂੰ ਪੜ੍ਹਾਉਂਦੇ ਹਨ। ਵਾਹ ਜੀ ਵਾਹ, ਪਿਆਰੇ ਅਧਿਆਪਕ, ਇਹਦਾ ਮਤਲਬ ਤੁਹਾਨੂੰ ਅਧਿਆਪਕ ਬਹੁਤ ਚੰਗੇ ਲੱਗਦੇ ਹੈ। ਅੱਛਾ, ਇਹ ਦੱਸੋ ਕਿ ਘਰ ਵਿੱਚ ਤੁਹਾਨੂੰ ਕੌਣ ਪੜ੍ਹਾਉਂਦਾ ਹੈ? ਘਰ ਵਿੱਚ ਕਦੇ ਮੰਮੀ ਅਤੇ ਕਦੇ ਮੇਰੀ ਵੱਡੀ ਭੈਣ ਮੈਨੂੰ ਪੜ੍ਹਾਉਂਦੀ ਹੈ। ਸਾਨੂੰ ਘਰ ਜਾ ਕੇ ਵੀ ਪੜ੍ਹਨਾ ਚਾਹੀਦਾ ਹੈ। ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਮੰਮੀ ਪਾਪਾ ਪਿਆਰ ਕਰਦੇ ਹੈ? ਹਾਂਜੀ, ਮੈਨੂੰ ਮੇਰੇ ਮੰਮੀ ਪਾਪਾ ਬਹੁਤ ਪਿਆਰ ਕਰਦੇ ਹਨ। ਮੇਰੇ ਪਾਪਾ ਮੈਨੂੰ ਬਾਹਰ ਘੁਮਾਉਣ ਜਾਂਦੇ ਹਨ ਤੇ ਮੰਮਾ ਮੈਨੂੰ ਨਵੇਂ ਖਿਡੌਣੇ ਲੈ ਕੇ ਦਿੰਦੇ ਹਨ। ਬਹੁਤ ਮਜ਼ਾ ਆਉਂਦਾ ਉਹਨਾਂ ਨਾਲ ਖੇਡਣ 'ਚ। ਬਿਲਕੁਲ ਹੀ, ਮੈਨੂੰ ਯਕੀਨ ਹੈ ਕਿ ਤੁਹਾਡੇ ਮੰਮੀ ਪਾਪਾ ਤੁਹਾਨੂੰ ਜ਼ਰੂਰ ਪਿਆਰ ਕਰਦੇ ਹੋਣਗੇ। ਅੱਛਾ, ਮੈਨੂੰ ਹੁਣ ਦੱਸੋ ਕਿ ਤੁਹਾਨੂੰ ਅਧਿਆਪਕ ਪਿਆਰ ਕਰਦੇ ਨੇ? ਹਾਂਜੀ, ਮੇਰੇ ਅਧਿਆਪਕ ਮੈਨੂੰ ਬਹੁਤ ਪਿਆਰ ਕਰਦੇ ਹਨ। ਉਹ ਬੜੇ ਹੀ ਪਿਆਰ ਨਾਲ ਪੜ੍ਹਾਉਂਦੇ ਹਨ। ਮਨ ਕਰਦਾ ਪੜ੍ਹਦੇ ਹੀ ਰਵਾਂ। ਹਾਂਜੀ, ਬਿਲਕੁਲ ਠੀਕ ਬੇਟਾ, ਅਧਿਆਪਕ ਹਮੇਸ਼ਾ ਸਾਨੂੰ ਪਿਆਰ ਕਰਦੇ ਹੈ। ਪਿਆਰੇ ਬੱਚਿਓ, ਘਰ ਅਤੇ ਸਕੂਲ ਉਹ ਥਾਵਾਂ ਹਨ ਜਿੱਥੇ ਅਸੀਂ ਰਹਿੰਦੇ ਹਾਂ ਅਤੇ ਜ਼ਿੰਦਗੀ ਦੇ ਖੁਸ਼ੀਆਂ ਅਤੇ ਖੇੜੇ ਮਾਣਦੇ ਹਾਂ। ਘਰ ਵਿੱਚ ਸਾਡੇ ਵਡੇਰੇ ਜਿਵੇਂ ਮਾਤਾ ਪਿਤਾ ਅਤੇ ਦਾਦਾ ਦਾਦੀ ਸਾਡਾ ਧਿਆਨ ਰੱਖਦੇ ਹਨ। ਸਕੂਲ ਵਿੱਚ ਸਾਡੇ ਦੋਸਤ ਅਤੇ ਅਧਿਆਪਕ ਸਾਡਾ ਧਿਆਨ ਰੱਖਦੇ ਹਨ। ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਤਾ ਪਿਤਾ ਅਤੇ ਵੱਡਿਆਂ ਦਾ ਸਤਿਕਾਰ ਕਰੀਏ। ਪਿਆਰੇ ਬੱਚਿਓ, ਅੱਜ ਅਸੀਂ ਪੜਾਂਗੇ ਜਮਾਤ ਤੀਸਰੀ ਦਾ ਪਾਠ 9 ਸਾਈਕਲ ਦੇ ਝੂਟੇ। ਚੂਹਾ, ਖਰਗੋਸ਼ ਤੇ ਕੁੱਤਾ ਤਿੰਨ ਦੋਸਤ ਸਨ। ਇੱਕ ਵਾਰੀ ਉਹ ਇਕੱਠੇ ਘੁੰਮ ਰਹੇ ਸਨ। ਅਚਾਨਕ ਉਹਨਾਂ ਦੀ ਨਜ਼ਰ ਸੜਕ ਕੰਢੇ ਖੜੇ ਇੱਕ ਸਾਈਕਲ ਉੱਤੇ ਪਈ। ਉਹਨਾਂ ਸੋਚਿਆ ਕਿ ਕਿਉਂ ਨਾ ਅੱਜ ਅਸੀਂ ਮਿਲ ਕੇ ਝੂਟੇ ਲਈਏ। ਖਰਗੋਸ਼ ਸਾਈਕਲ ਦੀ ਸੀਟ ਉੱਤੇ ਹੈਂਡਲ ਫੜ ਕੇ ਬੈਠ ਗਿਆ। ਉਹ ਪੈਡਲ ਮਾਰਨ ਲੱਗਾ। ਚੂਹਾ ਹੈਂਡਲ ਉੱਤੇ ਅਤੇ ਕੁੱਤਾ ਪਿਛਲੀ ਸੀਟ ਉੱਤੇ ਬੈਠ ਗਿਆ। ਸਾਈਕਲ ਸੜਕ ਉੱਤੇ ਚੱਲ ਪਿਆ। ਤਿੰਨੇ ਖੁਸ਼ੀ ਵਿੱਚ ਗਾਣੇ ਗਾਉਣ ਤੇ ਨੱਚਣ ਟੱਪਣ ਲੱਗੇ। ਅਜੇ ਕੁਝ ਹੀ ਦੂਰ ਗਏ ਸਨ ਕਿ ਸਾਈਕਲ ਇੱਕ ਪੱਥਰ ਨਾਲ ਟਕਰਾ ਕੇ ਉਲਟ ਗਿਆ। ਤਿੰਨੇ ਉਛਲ ਕੇ ਦੂਰ ਜਾ ਡਿੱਗੇ ਤੇ ਲੱਗੇ ਚੀਕਾਂ ਮਾਰਨ। ਫਿਰ ਤਿੰਨਾਂ ਨੇ ਉੱਠ ਕੇ ਮਿੱਟੀ ਝਾੜੀ ਤੇ ਬੈਠ ਕੇ ਸੋਚਣ ਲੱਗੇ ਕਿ ਹੁਣ ਕੀ ਕਰੀਏ। ਖਰਗੋਸ਼ ਕਹਿਣ ਲੱਗਾ, ਮੈਂ ਬਹੁਤ ਬਲਵਾਨ ਹਾਂ। ਮੈਂ ਜ਼ੋਰ ਲਾ ਕੇ ਸਾਈਕਲ ਸਿੱਧਾ ਕਰਦਾ ਹਾਂ। ਉਹ ਸਾਈਕਲ ਨੂੰ ਸਿੱਧਾ ਕਰਨ ਲੱਗਾ, ਪਰ ਸਾਈਕਲ ਸਰਕਿਆ ਤੱਕ ਨਾ। ਚੂਹਾ ਕਹਿਣ ਲੱਗਾ, ਤੂੰ ਪਾਸੇ ਹੋ, ਮੈਂ ਸਿੱਧਾ ਕਰਦਾ ਹਾਂ। ਚੂਹਾ ਵੀ ਜ਼ੋਰ ਲਾਉਣ ਲੱਗਾ, ਪਰ ਸਾਈਕਲ ਆਪਣੀ ਥਾਂ ਤੋਂ ਹਿੱਲ ਨਹੀਂ ਸੀ ਰਿਹਾ। ਦੂਰ ਬੈਠੇ ਕੁੱਤੇ ਨੇ ਕਿਹਾ, ਇਹ ਇਕੱਲੇ ਤੋਂ ਸਿੱਧਾ ਨਹੀਂ ਹੋਣਾ। ਤਿੰਨੇ ਰਲ ਕੇ ਜ਼ੋਰ ਲਾਉਂਦੇ ਹਾਂ। ਤਿੰਨਾਂ ਨੇ ਰਲ ਕੇ ਜ਼ੋਰ ਲਾਇਆ ਅਤੇ ਸਾਈਕਲ ਸਿੱਧਾ ਹੋ ਗਿਆ। ਹੁਣ ਵਾਰੀ ਸੀ ਸੜਕ ਵਿੱਚੋਂ ਪੱਥਰ ਪਾਸੇ ਹਟਾਉਣ ਦੀ। ਐਤਕੀ ਫਿਰ ਸਭ ਤੋਂ ਪਹਿਲਾਂ ਖਰਗੋਸ਼ ਮੈਦਾਨ ਵਿੱਚ ਨਿਤਰਿਆ। ਉਹ ਕਹਿਣ ਲੱਗਾ, ਪੱਥਰ ਤਾਂ ਮੈਂ ਇਕੱਲਾ ਹੀ ਸੜਕ ਤੋਂ ਪਾਸੇ ਕਰ ਦਿਆਂਗਾ। ਤੁਹਾਡੀ ਕਿਸੇ ਦੀ ਲੋੜ ਨਹੀਂ। ਇਹ ਕਹਿ ਕੇ ਉਹ ਪੱਥਰ ਨੂੰ ਧੱਕਾ ਲਾਉਣ ਲੱਗਾ, ਪਰ ਪੱਥਰ ਸੀ ਕਿ ਅੱਗੇ ਸਰਕੇ ਹੀ ਨਾ। ਖਰਗੋਸ਼ ਥੱਕ ਕੇ ਬੈਠ ਗਿਆ। ਹੁਣ ਚੂਹੇ ਨੇ ਸ਼ੇਖੀ ਮਾਰੀ, ਵੱਡਾ ਪਹਿਲਵਾਨ, ਮੈਂ ਤੈਨੂੰ ਪੱਥਰ ਪਾਸੇ ਹਟਾ ਕੇ ਦੱਸਦਾ ਹਾਂ। ਹਾਈਸ਼ਾ ਕਹਿ ਕੇ ਲੱਗਾ ਚੂਹਾ ਪੱਥਰ ਨੂੰ ਧੱਕਣ। ਪੱਥਰ ਆਪਣੀ ਥਾਂ ਤੋਂ ਭੋਰਾ ਵੀ ਨਾ ਸਰਕਿਆ। ਕੁੱਤਾ ਦੋਹਾਂ ਦੀਆਂ ਹਰਕਤਾਂ ਨੂੰ ਧਿਆਨ ਨਾਲ ਵੇਖ ਰਿਹਾ ਸੀ। ਉਹ ਆਪਣੀ ਥਾਂ ਤੋਂ ਉੱਠਿਆ ਅਤੇ ਬੋਲਿਆ, ਗੱਲ ਸੁਣੋ, ਇਹ ਇਕੱਲੇ ਤੋਂ ਨਹੀਂ ਹਟਣਾ। ਆਓ ਪਹਿਲਾਂ ਵਾਂਗ ਤਿੰਨੇ ਰਲ ਕੇ ਜ਼ੋਰ ਲਾਈਏ ਤੇ ਪੱਥਰ ਨੂੰ ਪਾਸੇ ਹਟਾਈਏ। ਤਿੰਨਾਂ ਨੇ ਰਲ ਕੇ ਜ਼ੋਰ ਲਾਇਆ। ਉਹਨਾਂ ਨੇ ਪੱਥਰ ਨੂੰ ਪਾਸੇ ਹਟਾ ਦਿੱਤਾ। ਹੁਣ ਤਿੰਨੇ ਬਹੁਤ ਖੁਸ਼ ਸਨ। ਖਰਗੋਸ਼ ਫਿਰ ਗੱਦੀ ਉੱਤੇ ਬੈਠ ਕੇ ਸਾਈਕਲ ਚਲਾਉਣ ਲੱਗਾ। ਚੂਹਾ ਹੈਂਡਲ ਉੱਤੇ ਅਤੇ ਕੁੱਤਾ ਟਪੂਸੀ ਮਾਰ ਕੇ ਪਿਛਲੀ ਸੀਟ ਉੱਤੇ ਬੈਠ ਗਿਆ। ਹੁਣ ਫੇਰ ਤੋਂ ਤਿੰਨੇ ਉੱਚੀ ਗਾ ਰਹੇ ਸਨ ਤੇ ਨੱਚ ਟੱਪ ਰਹੇ ਸਨ। ਕਿੰਨੇ ਮਜ਼ੇਦਾਰ ਸਨ ਇਹ ਸਾਈਕਲ ਦੇ ਝੂਟੇ।
ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਏਕਤਾ ਵਿੱਚ ਬਲ ਹੈ। ਤੁਹਾਡਾ ਅੱਜ ਘਰ ਦਾ ਕੰਮ ਹੈ, ਤੁਸੀਂ ਸੁੰਦਰ ਲਿਖਾਈ ਲਿਖਣੀ ਹੈ ਔਰ ਔਖੇ ਸ਼ਬਦ ਆਪਣੀ ਕਾਪੀ ਵਿੱਚ ਲਿਖਣੇ ਹਨ। ਧੰਨਵਾਦ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਅਸੀਂ ਖੇਡ ਦੇ ਵਿੱਚ ਛਾਲਾ ਲਾਉਂਦੇ ਹੋਏ ਅੰਤਰਾਲ ਗਿਣਤੀ ਸਿੱਖਾਂਗੇ। ਪਿਆਰੇ ਬੱਚਿਓ, ਇਹ ਹੈ ਮਿੰਨੀ ਤੇ ਮਿੰਨੀ ਨੂੰ ਛਾਲਾ ਲਗਾਉਣ ਦਾ ਬਹੁਤ ਸ਼ੌਕ ਹੈ। ਬੱਚਿਓ ਆਓ ਫਿਰ ਦੇਖੀਏ ਮਿੰਨੀ ਨੇ ਕਿੰਨੀਆਂ ਛਾਲਾਂ ਲਗਾਈਆਂ ਤੇ ਮਿੰਨੀ ਕਿੱਥੇ ਕਿੱਥੇ ਪਹੁੰਚੀ। ਹਾਂਜੀ ਬੱਚਿਓ, ਜਦੋਂ ਮਿੰਨੀ ਨੇ ਪਹਿਲੀ ਛਾਲ ਲਾਈ ਮਿੰਨੀ ਪਹੁੰਚ ਗਈ 4 ਤੇ। 4 ਤੇ ਖੜੇ ਹੋ ਕੇ ਮਿੰਨੀ ਨੇ ਦੂਜੀ ਛਾਲ ਲਗਾਈ ਤੇ ਮਿੰਨੀ ਪਹੁੰਚ ਗਈ 8 ਤੇ। ਹਾਂਜੀ 8 ਤੇ ਖੜੇ ਹੋ ਕੇ ਮਿੰਨੀ ਨੇ ਲਾਈ ਤੀਜੀ ਛਾਲ ਤੇ ਪਹੁੰਚ ਗਈ 12 ਤੇ। 12 ਤੇ ਖੜੇ ਹੋ ਕੇ ਮਿੰਨੀ ਨੇ ਚੌਥੀ ਛਾਲ ਲਗਾਈ ਤੇ ਮਿੰਨੀ ਪਹੁੰਚ ਗਈ 16 ਤੇ। 16 ਤੇ ਖੜੇ ਹੋ ਕੇ ਮਿੰਨੀ ਨੇ ਇੱਕ ਵਾਰ ਫੇਰ ਛਾਲ ਲਗਾਈ, ਪੰਜਵੀਂ ਛਾਲ ਤੇ ਮਿੰਨੀ ਪਹੁੰਚ ਗਈ 20 ਤੇ। ਸੋ ਬੱਚਿਓ, ਅੱਜ ਮਿੰਨੀ ਨੇ 5 ਵਾਰ 4 ਦੀ ਛਲਾਂਗ ਲਗਾਈ ਤੇ ਮਿੰਨੀ 20 ਤੇ ਪਹੁੰਚ ਗਈ। 4 8 12 16 20। ਸੋ ਪਿਆਰੇ ਬੱਚਿਓ, ਅੱਜ ਅਸੀਂ ਮਿੰਨੀ ਦੀ ਛਲਾਂਗਾਂ ਦੇ ਨਾਲ 4 ਦੀ ਅੰਤਰਾਲ ਗਿਣਤੀ ਵੀ ਸਿੱਖ ਲਈ। ਪਿਆਰੇ ਬੱਚਿਓ, ਅੰਤਰਾਲ ਗਿਣਤੀ ਨੂੰ ਅਸੀਂ ਮਿੰਨੀ ਨਾਲ ਛਲਾਂਗਾਂ ਲਗਾਉਂਦੇ ਹੋਏ ਇਸ ਤਰ੍ਹਾਂ ਵੀ ਸਿੱਖ ਸਕਦੇ ਹਾਂ। 4 ਦੀ ਛਲਾਂਗ ਬੱਚਿਓ, 4 ਦੀ ਛਲਾਂਗ, ਮਿੰਨੀ ਦੇ ਨਾਲ ਲਾਈਏ 4 ਦੀ ਛਲਾਂਗ। 4 4 4 4 4 4। ਅਸੀਂ ਜਾਵਾਂਗੇ ਅਗਲੇ ਪਾਰ, ਅਸੀਂ ਜਾਵਾਂਗੇ ਅਗਲੇ ਪਾਰ। 8 8 8। ਅਸੀਂ ਨਹੀਂ ਹਾਂ ਕਿਸੇ ਨਾਲੋਂ ਘੱਟ। 8 8 8। ਅਸੀਂ ਨਹੀਂ ਹਾਂ ਕਿਸੇ ਨਾਲੋਂ ਘੱਟ। 4 ਦੀ ਛਲਾਂਗ ਬੱਚਿਓ, 4 ਦੀ ਛਲਾਂਗ, ਮਿੰਨੀ ਦੇ ਨਾਲ ਲਾਈਏ 4 ਦੀ ਛਲਾਂਗ। 12 12 12 12 12 12। ਅਸੀਂ ਛਾਲ ਲਾਵਾਂਗੇ ਦੁਬਾਰਾ। 12 12 12। ਅਸੀਂ ਛਾਲ ਲਾਵਾਂਗੇ ਦੁਬਾਰਾ। 4 ਦੀ ਛਲਾਂਗ ਬੱਚਿਓ, 4 ਦੀ ਛਲਾਂਗ, ਮਿੰਨੀ ਦੇ ਨਾਲ ਲਾਈਏ 4 ਦੀ ਛਲਾਂਗ। 16 16 16 16 16 16। ਅਸੀਂ ਪਾਉਣਾ ਨਹੀਂ ਰੌਲਾ। 16 16 16। ਅਸੀਂ ਪਾਉਣਾ ਨਹੀਂ ਰੌਲਾ। 4 ਦੀ ਛਲਾਂਗ ਬੱਚਿਓ, 4 ਦੀ ਛਲਾਂਗ, ਮਿੰਨੀ ਦੇ ਨਾਲ ਲਾਈਏ 4 ਦੀ ਛਲਾਂਗ। 20 20 20 20 20 20। ਅਸੀਂ ਸਿੱਖ ਲਈ ਤਰਕੀਬ ਜੀ, ਅਸੀਂ ਸਿੱਖ ਲਈ ਤਰਕੀਬ। ਤੇ ਆਓ ਫਿਰ ਬੱਚਿਓ ਰਲ ਮਿਲ ਗਾਈਏ 4 ਦਾ ਅੰਤਰਾਲ। 4 ਦਾ ਅੰਤਰਾਲ ਜੀ, ਇਹ 4 ਦਾ ਅੰਤਰਾਲ। 4 8 12 16 20 ਜੀ। आओ रल मिल गाइए सारे 4 दा अंतराल जी। 24 28 32 36 40 जी। आओ रल मिल गाइए सारे 4 दा अंतराल जी। घर दे काम विच प्यारे बच्चों, तुसी पहले नंबर ते पता करना है जेकर मिनी 8वीं छाल लगाएगी तां केड़ा अंक लियाएगी। नंबर 2, 4 दी छाल लगांदे होए मिनी 36 ते किन्नी छलांग विच पहुंचेगी। नंबर 3, 4 ਦਾ ਅੰਤਰਾਲ ਵੇਖਦੇ ਹੋਏ ਬੱਚਿਓ ਤੁਸੀਂ ਆਪਣੀ ਜਮਾਤ ਵਿੱਚ ਵੇਖਣਾ ਹੈ ਕਿ ਕਿਸ ਬੱਚੇ ਦਾ ਰੋਲ ਨੰਬਰ 4 8 12 16 ਹੈ। ਉਹਨਾਂ ਬੱਚਿਆਂ ਦੇ ਨਾਂ ਤੁਸੀਂ ਲਿਖਣੇ ਹਨ। ਧੰਨਵਾਦ। Hello class 3. Let's do subpart B. Let's learn how to pronounce R in the following words. Today we are going to do only the first part. Here R is giving its complete sound when it comes at first position. How? Let's see. Here is a rat. R
at, rat. See, here R is giving its complete sound. Rat. R, ing, ring. A ring in the ring finger. Ring. R, est, rest. Let him rest. Next word. Here is a red rose. A rose. R, oz, rose. Rose. R-E-A-D. Read. Read. Now it's time to read the next word. Look, there are many cars on the road. Road. R-O-A-D. Road. Next. Yes. R, ope, rope. They are pulling the rope. Rope. Next. R-O-U-N-D. Round. She is wearing round glasses. Round. Now let us revise. Rat. Ring. Rest. Rose. Read. Road. Rope. Round. So remember, R gives the complete sound when it comes at the beginning of the word. Now it's time for homework. You have to rearrange the letters to make a meaningful word. Let's take one example. Okay, what to put first? R. Yes, R. Then a row of prop. Now rope. Rest you have to make on your own. Bye bye. See you soon. ਪਿਆਰੇ ਬੱਚਿਓ, ਅੱਜ ਅਸੀਂ ਪਾਠ 9 ਭੋਜਨ ਪਕਾਈਏ ਅਤੇ ਖਾਈਏ ਦੇ ਪੰਨਾ ਨੰਬਰ 54 ਅਤੇ 55 ਵਿੱਚੋਂ ਖਾਣਾ ਪਕਾਉਣ ਦੇ ਢੰਗ ਬਾਰੇ ਪੜਾਂਗੇ। ਗੁਰਜੋਤ ਆਖਦਾ ਹੈ, ਮਾਮਾ ਜੀ, ਇੱਕ ਬੱਚੇ ਨੇ ਦੱਸਿਆ ਕਿ ਉਸਦੇ ਮਾਤਾ ਜੀ ਖਾਣਾ ਭਾਫ ਨਾਲ ਪਕਾਉਂਦੇ ਹਨ। ਕੀ ਸਾਨੂੰ ਭੋਜਨ ਨੂੰ ਪਕਾ ਕੇ ਹੀ ਖਾਣਾ ਚਾਹੀਦਾ ਹੈ? ਮਾਮਾ ਜੀ ਕਹਿੰਦੇ ਹਨ, ਪੁਰਾਣੇ ਸਮੇਂ ਵਿੱਚ ਮਨੁੱਖ ਕੱਚਾ ਭੋਜਨ ਹੀ ਖਾਂਦਾ ਸੀ। ਅੱਗ ਦੀ ਖੋਜ ਤੋਂ ਬਾਅਦ ਉਸਨੇ ਭੋਜਨ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ। ਪਕਾਉਣ ਨਾਲ ਭੋਜਨ ਸਵਾਦ ਅਤੇ ਜਲਦੀ ਪਚਣਯੋਗ ਹੋ ਜਾਂਦਾ ਹੈ। ਗੱਲਾਂ ਕਰਦੇ ਹੋਏ ਬੱਚੇ ਮਾਮਾ ਜੀ ਨਾਲ ਬਾਜ਼ਾਰ ਚਲੇ ਗਏ। ਬਾਜ਼ਾਰ ਵਿੱਚ ਉਹਨਾਂ ਨੇ ਖਾਣ ਪੀਣ ਵਾਲੀਆਂ ਵੱਖ-ਵੱਖ ਦੁਕਾਨਾਂ ਦੇਖੀਆਂ। ਮਾਮਾ ਜੀ ਨੇ ਭੋਜਨ ਪਕਾਉਣ ਦੇ ਢੰਗਾਂ ਅਤੇ ਬਰਤਨਾਂ ਬਾਰੇ ਜਾਣਕਾਰੀ ਦਿੱਤੀ। ਬੱਚਿਓ, ਭੋਜਨ ਪਕਾਉਣ ਦਾ ਪਹਿਲਾ ਢੰਗ ਹੈ ਉਬਾਲਣਾ। ਚਾਹ, ਕੌਫੀ, ਚਾਵਲ, ਦਾਲਾਂ, ਸਬਜ਼ੀਆਂ, ਕੜੀ, ਮੀਟ ਆਦਿ ਭੋਜਨ ਨੂੰ ਉਬਾਲ ਕੇ ਬਣਾਇਆ ਜਾਂਦਾ ਹੈ। ਬੱਚਿਓ, ਤੁਹਾਡੇ ਮਾਤਾ ਜੀ ਵੀ ਉਬਾਲ ਕੇ ਇਹ ਸਭ ਭੋਜਨ ਪਦਾਰਥ ਪਕਾਉਂਦੇ ਹੋਣਗੇ। ਤੁਸੀਂ ਜਾਣਦੇ ਹੋ, ਉਬਾਲਣ ਲਈ ਕੜਾਹੀ ਜਾਂ ਪਤੀਲੇ ਦੀ ਵਰਤੋਂ ਕੀਤੀ ਜਾਂਦੀ ਹੈ। ਉਬਾਲਣ ਨਾਲ ਭੋਜਨ ਵਿਚਲੇ ਕੀਟਾਣੂ ਖਤਮ ਹੋ ਜਾਂਦੇ ਹਨ। ਬੱਚਿਓ, ਭੋਜਨ ਪਕਾਉਣ ਦਾ ਦੂਸਰਾ ਢੰਗ ਹੈ ਭਾਫ ਦੁਆਰਾ ਪਕਾਉਣਾ।
ਇਸ ਵਿਧੀ ਵਿੱਚ ਭੋਜਨ ਨੂੰ ਭਾਫ ਕੁੱਕਰ ਜਾਂ ਪ੍ਰੈਸ਼ਰ ਕੁੱਕਰ ਰਾਹੀਂ ਭਾਫ ਦੀ ਮਦਦ ਨਾਲ ਪਕਾਇਆ ਜਾਂਦਾ ਹੈ। ਬੱਚਿਓ, ਤੁਹਾਡੇ ਮਾਤਾ ਜੀ ਵੀ ਪ੍ਰੈਸ਼ਰ ਕੁੱਕਰ ਦੀ ਵਰਤੋਂ ਰੋਜ਼ ਹੀ ਕਰਦੇ ਹੋਣਗੇ। ਕੀ ਤੁਹਾਨੂੰ ਪਤਾ ਹੈ ਭਾਫ ਦੁਆਰਾ ਕਿਹੜੇ-ਕਿਹੜੇ ਭੋਜਨ ਪਦਾਰਥ ਪਕਾਏ ਜਾਂਦੇ ਹਨ? ਸ਼ਾਬਾਸ਼! ਭਾਫ ਦੁਆਰਾ ਕਈ ਭੋਜਨ ਪਦਾਰਥ ਪਕਾਏ ਜਾਂਦੇ ਹਨ, ਜਿਵੇਂ ਚਾਵਲ, ਇਡਲੀ, ਢੋਕਲਾ ਅਤੇ ਮੋਮੋਸ। ਅਤੇ ਹੁਣ ਹੈ ਘਰ ਦੇ ਕੰਮ ਦੀ ਵਾਰੀ। ਘਰ ਦੇ ਕੰਮ ਲਈ ਤੁਹਾਡਾ ਪਹਿਲਾ ਪ੍ਰਸ਼ਨ ਹੈ, ਚਾਵਲ ਨੂੰ ਪਕਾਉਣ ਦੀਆਂ ਕੋਈ 2 ਵਿਧੀਆਂ ਲਿਖੋ। ਅਤੇ ਦੂਸਰਾ ਪ੍ਰਸ਼ਨ ਹੈ, ਭੋਜਨ ਨੂੰ ਉਬਾਲਣ ਦੇ ਕੀ ਲਾਭ ਹਨ? ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਆਪਣੀ ਕਾਪੀਆਂ ਵਿੱਚ ਸੁੰਦਰ ਲਿਖਾਈ ਵਿੱਚ ਲਿਖਣੇ ਹਨ। ਪਿਆਰੇ ਬੱਚਿਓ, ਅੱਜ ਆਪਾਂ ਇੱਕ ਰੌਚਕ ਗਤੀਵਿਧੀ ਕਰਨ ਜਾ ਰਹੇ ਹਾਂ। ਮੈਂ ਕੁਝ ਸ਼ਬਦ ਬੋਲਾਂਗਾ, ਤੁਸੀਂ ਸਮਝਣਾ ਹੈ ਕਿ ਇਹਨਾਂ ਸ਼ਬਦਾਂ ਵਿੱਚ ਆਪਸੀ ਸੰਬੰਧ ਕੀ ਹੈ। ਨੇੜੇ ਤੋਂ ਦੂਰ ਬਣ ਜਾਂਦਾ ਹੈ, ਉੱਚਾ ਤੋਂ ਨੀਵਾਂ ਬਣ ਜਾਂਦਾ ਹੈ। ਦੱਸੋ ਫਿਰ ਇਹਨਾਂ ਸ਼ਬਦਾਂ 'ਚ ਕੀ ਸੰਬੰਧ ਆ ਰਿਹਾ ਹੈ? ਹਾਂ, ਉਲਟਾ ਸੰਬੰਧ ਆ ਰਿਹਾ ਹੈ, ਵਿਰੋਧੀ ਸੰਬੰਧ ਆ ਰਿਹਾ ਹੈ। ਇਹਨਾਂ ਸ਼ਬਦਾਂ ਨੂੰ ਵਿਰੋਧੀ ਸ਼ਬਦ ਕਹਿੰਦੇ ਹਨ। ਤੁਹਾਡੀ ਕਿਤਾਬ ਦੇ ਪੰਨਾ ਨੰਬਰ 54 ਤੇ ਦਿੱਤੇ ਗਏ ਸ਼ਬਦਾਂ ਦੇ ਆਪਾਂ ਵਿਰੋਧੀ ਸ਼ਬਦ ਲੱਭਣੇ ਹਨ। ਆਓ ਕਰੀਏ। ਪਹਿਲਾ ਸ਼ਬਦ ਹੈ ਜਿੱਤ। ਦੱਸੋ ਬੱਚਿਓ, ਜਿੱਤ ਦਾ ਵਿਰੋਧੀ ਸ਼ਬਦ ਕੀ ਹੋ ਸਕਦਾ ਹੈ? ਸਰ, ਜਿੱਤ ਦਾ ਵਿਰੋਧੀ ਸ਼ਬਦ ਹੈ ਉੱਚਾ। ਨਹੀਂ, ਇਹ ਗਲਤ ਹੈ। ਹਰਮਨ, ਤੁਸੀਂ ਦੱਸੋ। ਸਰ, ਜਿੱਤ ਦਾ ਵਿਰੋਧੀ ਸ਼ਬਦ ਜਿੱਤਣਾ ਹੋ ਸਕਦਾ ਹੈ। ਨਹੀਂ, ਇਹ ਵੀ ਗਲਤ ਹੈ। ਬੱਚਿਓ, ਜਿੱਤ ਦਾ ਵਿਰੋਧੀ ਸ਼ਬਦ ਹੈ ਹਾਰ। ਅਗਲਾ ਸ਼ਬਦ ਹੈ ਨਫ਼ਰਤ। ਦੱਸੋ ਇਸ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ? ਕੀ ਨਫ਼ਰਤ ਦਾ ਵਿਰੋਧੀ ਸ਼ਬਦ ਗੁੱਸਾ ਹੋ ਸਕਦਾ ਹੈ ਜਾਂ ਸ਼ਾਂਤ ਹੋ ਸਕਦਾ ਹੈ? ਨਹੀਂ, ਤੁਸੀਂ ਸੋਚੋ, ਨਫ਼ਰਤ ਦਾ ਵਿਰੋਧੀ ਸ਼ਬਦ ਕੀ ਹੋ ਸਕਦਾ ਹੈ? ਸਰ, ਨਫ਼ਰਤ ਦਾ ਵਿਰੋਧੀ ਸ਼ਬਦ ਪਿਆਰ ਹੋ ਸਕਦਾ ਹੈ। ਹਾਂ, ਤੁਸੀਂ ਬਿਲਕੁਲ ਠੀਕ ਦੱਸਿਆ। ਨਫ਼ਰਤ ਦਾ ਵਿਰੋਧੀ ਸ਼ਬਦ ਹੈ ਪਿਆਰ। ਤੀਜਾ ਸ਼ਬਦ ਹੈ ਹੌਲੀ। ਸੋਚੋ ਬੱਚਿਓ, ਹੌਲੀ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋ ਸਕਦਾ ਹੈ? ਸਰ, ਦੌੜਨਾ। ਨਹੀਂ, ਤੁਸੀਂ ਦੱਸੋ। ਸਰ, ਚੁਸਤ। ਨਹੀਂ, ਹੌਲੀ ਦਾ ਵਿਰੋਧੀ ਸ਼ਬਦ ਹੈ ਤੇਜ਼। ਚੌਥਾ ਸ਼ਬਦ ਹੈ ਸੁਸਤੀ। ਦੱਸੋ ਫਿਰ ਸੁਸਤੀ ਦਾ ਵਿਰੋਧੀ ਸ਼ਬਦ ਕੀ ਹੋ ਸਕਦਾ ਹੈ? ਕੀ ਸੁਸਤੀ ਦਾ ਵਿਰੋਧੀ ਸ਼ਬਦ ਜਾਗਣਾ ਹੋ ਸਕਦਾ ਹੈ ਜਾਂ ਖੜੇ ਹੋਣਾ ਹੋ ਸਕਦਾ ਹੈ? ਨਹੀਂ, ਤੁਸੀਂ ਸੋਚੋ। ਸਰ, ਸੁਸਤੀ ਦਾ ਵਿਰੋਧੀ ਸ਼ਬਦ ਚੁਸਤੀ ਹੋ ਸਕਦਾ ਹੈ। ਬਿਲਕੁਲ ਠੀਕ, ਸ਼ਾਬਾਸ਼। ਸੁਸਤੀ ਦਾ ਵਿਰੋਧੀ ਸ਼ਬਦ ਹੈ ਚੁਸਤੀ। ਪੰਜਵਾਂ ਸ਼ਬਦ ਹੈ ਔਗਣ। ਔਗਣ ਦਾ ਵਿਰੋਧੀ ਸ਼ਬਦ ਤੁਸੀਂ ਦੱਸਣਾ ਹੈ। ਸਰ, ਔਗਣ ਦਾ ਵਿਰੋਧੀ ਸ਼ਬਦ ਹੈ ਚੰਗਾ। ਨਹੀਂ। ਸਰ, ਔਗਣ ਦਾ ਵਿਰੋਧੀ ਸ਼ਬਦ ਸੋਹਣਾ ਹੋ ਸਕਦਾ ਹੈ। ਨਹੀਂ, ਇਹ ਵੀ ਠੀਕ ਨਹੀਂ। ਔਗਣ ਦਾ ਵਿਰੋਧੀ ਸ਼ਬਦ ਹੈ ਗੁਣ। ਅਗਲਾ ਸ਼ਬਦ ਹੈ ਸਖਤ। ਦੱਸੋ ਫਿਰ ਸਖਤ ਦਾ ਵਿਰੋਧੀ ਸ਼ਬਦ ਕੀ ਹੈ? ਸਖਤ ਦਾ ਵਿਰੋਧੀ ਸ਼ਬਦ ਠੋਸ ਹੋ ਸਕਦਾ ਹੈ? ਸਰ, ਸਖਤ ਦਾ ਵਿਰੋਧੀ ਸ਼ਬਦ ਤਕੜਾ ਹੈ। ਨਹੀਂ, ਸਖਤ ਦਾ ਵਿਰੋਧੀ ਸ਼ਬਦ ਹੈ ਨਰਮ। ਬੱਚਿਓ, ਸੱਤਵਾਂ ਸ਼ਬਦ ਹੈ ਆਖਰੀ। ਆਖਰੀ ਦਾ ਵਿਰੋਧੀ ਸ਼ਬਦ ਗੁਰਸ਼ਾਨ ਦੱਸੇਗਾ। ਸਰ, ਆਖਰੀ ਦਾ ਵਿਰੋਧੀ ਸ਼ਬਦ ਹੈ ਅਗਲਾ। ਨਹੀਂ, ਮੋਹਿਤ, ਤੁਸੀਂ ਦੱਸੋ। ਸਰ, ਆਖਰੀ ਦਾ ਵਿਰੋਧੀ ਸ਼ਬਦ ਹੈ ਉੱਪਰਲਾ। ਨਹੀਂ, ਇਹ ਵੀ ਗਲਤ ਹੈ। ਆਖਰੀ ਦਾ ਵਿਰੋਧੀ ਸ਼ਬਦ ਹੈ ਪਹਿਲਾ। ਅਗਲਾ ਸ਼ਬਦ ਹੈ ਹੱਸਣਾ। ਸੋਚੋ ਹੱਸਣਾ ਦਾ ਵਿਰੋਧੀ ਸ਼ਬਦ। ਸਰ, ਹੱਸਣਾ ਦਾ ਵਿਰੋਧੀ ਸ਼ਬਦ ਹੈ ਦੁਖੀ ਹੋਣਾ। ਨਹੀਂ, ਹਰਮਨ ਦੱਸੇਗੀ। ਸਰ, ਹੱਸਣਾ ਦਾ ਵਿਰੋਧੀ ਸ਼ਬਦ ਹੈ ਰੋਣਾ। ਹਾਂ, ਸਹੀ ਦੱਸਿਆ। ਹੱਸਣਾ ਦਾ ਵਿਰੋਧੀ ਸ਼ਬਦ ਹੈ ਰੋਣਾ। ਸਾਡਾ ਅਖੀਰਲਾ ਸ਼ਬਦ ਹੈ ਦਿਨ। ਦੱਸੋ ਦਿਨ ਦਾ ਵਿਰੋਧੀ ਸ਼ਬਦ ਕੀ ਹੋਵੇਗਾ? ਸਰ, ਦਿਨ ਦਾ ਵਿਰੋਧੀ ਸ਼ਬਦ ਹਨੇਰਾ ਹੈ। ਨਹੀਂ, ਯਾਦਵਿੰਦਰ ਦੱਸੇਗਾ। ਸਰ, ਦਿਨ ਦਾ ਵਿਰੋਧੀ ਸ਼ਬਦ ਹੈ ਸ਼ਾਮ। ਨਹੀਂ, ਇਹ ਵੀ ਠੀਕ ਨਹੀਂ। ਦਿਨ ਦਾ ਵਿਰੋਧੀ ਸ਼ਬਦ ਹੈ ਰਾਤ। ਪਿਆਰੇ ਬੱਚਿਓ, ਮੈਂ ਕੁਝ ਸ਼ਬਦ ਬੋਲਣ ਜਾ ਰਿਹਾ ਹਾਂ। ਤੁਸੀਂ ਇਹਨਾਂ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖਣੇ ਹਨ। ਇਹ ਸ਼ਬਦ ਹਨ ਸਰਦੀ, ਚਾਨਣ, ਉੱਪਰ, ਵੇਚਣਾ, ਖਾਲੀ। ਸਤਿ ਸ਼੍ਰੀ ਅਕਾਲ ਪਿਆਰੇ
ਬੱਚਿਓ, ਜਮਾਤ ਚੌਥੀ ਵਿਸ਼ਾ ਗਣਿਤ ਅਭਿਆਸ 2.8 ਤੋਂ ਅੱਜ ਅਸੀਂ ਵੱਖ-ਵੱਖ ਤਰੀਕਿਆਂ ਰਾਹੀਂ 3 ਅੰਕਾਂ ਨੂੰ 2 ਅੰਕਾਂ ਨਾਲ ਭਾਗ ਕਰਨੀ ਸਿੱਖਾਂਗੇ ਤੇ ਆਓ ਸਿੱਖੀਏ। ਬੱਚਿਓ, ਸਾਡੇ ਕੋਲ 112 ਫੁੱਲ ਹਨ ਤੇ 28 ਫੁੱਲਾਂ ਦੀ ਇੱਕ ਮਾਲਾ ਤਿਆਰ ਹੁੰਦੀ ਹੈ, ਤਾਂ ਦੇਖਦੇ ਹਾਂ 112 ਫੁੱਲਾਂ ਦੀਆਂ ਕੁੱਲ ਕਿੰਨੀਆਂ ਮਾਲਾ ਤਿਆਰ ਹੋਣਗੀਆਂ। ਅਸੀਂ 28 ਫੁੱਲਾਂ ਦੀ ਪਹਿਲੀ ਮਾਲਾ ਤਿਆਰ ਕਰਦੇ ਹਾਂ। 112 ਫੁੱਲਾਂ ਦੇ ਵਿੱਚੋਂ ਬੱਚਿਓ ਪਹਿਲੀ ਮਾਲਾ ਤਿਆਰ ਹੋਣ ਤੋਂ ਬਾਅਦ ਸਾਡੇ ਕੋਲ ਫੁੱਲਾਂ ਦੀ ਗਿਣਤੀ ਘਟ ਜਾਂਦੀ ਹੈ। 112 ਵਿੱਚੋਂ 28 ਘਟਾਉਣ ਤੇ ਸਾਡੇ ਕੋਲ ਫੁੱਲਾਂ ਦੀ ਗਿਣਤੀ ਕਿੰਨੀ ਬਚੀ? 84। ਬਚੇ ਹੋਏ 84 ਫੁੱਲਾਂ ਦੇ ਵਿੱਚੋਂ ਅਸੀਂ 28 ਫੁੱਲਾਂ ਦੀ ਹੁਣ ਦੂਜੀ ਮਾਲਾ ਤਿਆਰ ਕਰਦੇ ਹਾਂ। ਇਸ ਤਰ੍ਹਾਂ ਦੂਜੀ ਮਾਲਾ ਬਣਨ ਤੋਂ ਬਾਅਦ ਬੱਚਿਓ ਸਾਡੇ ਕੋਲ 28 ਫੁੱਲ ਹੋਰ ਘਟ ਗਏ। 84 ਵਿੱਚੋਂ 28 ਘਟਾਉਣ ਤੇ ਸਾਡੇ ਕੋਲ ਫੁੱਲਾਂ ਦੀ ਗਿਣਤੀ ਕਿੰਨੀ ਬਚ ਗਈ? 56। ਹੁਣ ਅਸੀਂ ਬਚੇ ਹੋਏ 56 ਫੁੱਲਾਂ ਦੇ ਵਿੱਚੋਂ 28 ਫੁੱਲਾਂ ਦੀ ਤੀਜੀ ਮਾਲਾ ਤਿਆਰ ਕਰਦੇ ਹਾਂ। ਇਸ ਤਰ੍ਹਾਂ ਸਾਡੇ ਕੋਲ ਫੁੱਲਾਂ ਦੀ ਗਿਣਤੀ ਹੋਰ ਘਟ ਗਈ। 56 ਘਟਾਓ 28 ਬਰਾਬਰ 28। ਹੁਣ ਸਾਡੇ ਕੋਲ 28 ਫੁੱਲ ਬਚੇ ਹਨ। ਬਚੇ ਹੋਏ 28 ਫੁੱਲਾਂ ਦੇ ਵਿੱਚੋਂ ਅਸੀਂ 28 ਫੁੱਲਾਂ ਦੀ ਹੁਣ ਚੌਥੀ ਮਾਲਾ ਤਿਆਰ ਕਰ ਲਈ। ਇਸ ਤਰ੍ਹਾਂ ਸਾਡੇ ਕੋਲ ਫੁੱਲਾਂ ਦੀ ਗਿਣਤੀ ਹੁਣ ਕਿੰਨੀ ਰਹਿ ਗਈ? 28 ਘਟਾਓ 28 ਬਰਾਬਰ 0। ਇਸ ਤਰ੍ਹਾਂ ਸਾਡੇ ਕੋਲ ਕੋਈ ਫੁੱਲ ਵੀ ਨਹੀਂ ਬਚਿਆ। ਬੱਚਿਓ, ਅਸੀਂ ਘਟਾਓ ਵਿਧੀ ਰਾਹੀਂ ਦੇਖਿਆ 28 ਨੂੰ ਉਦੋਂ ਤੱਕ ਘਟਾਇਆ ਹੈ ਜਦੋਂ ਤੱਕ 0 ਨਹੀਂ ਆ ਜਾਂਦਾ। ਅਸੀਂ 4 ਵਾਰੀ ਘਟਾਇਆ ਹੈ ਅਤੇ ਫੁੱਲਾਂ ਦੀਆਂ ਅਸੀਂ 4 ਮਾਲਾ ਤਿਆਰ ਕੀਤੀਆਂ ਹਨ। ਇਸ ਤਰ੍ਹਾਂ ਬੱਚਿਓ ਅਸੀਂ ਦੇਖਿਆ 112 ਭਾਗ 28 ਬਰਾਬਰ 4 ਉੱਤਰ ਆਉਂਦਾ ਹੈ। ਬੱਚਿਓ, ਹੁਣ ਅਸੀਂ ਮਿਆਰੀ ਵਿਧੀ ਰਾਹੀਂ 112 ਨੂੰ 28 ਨਾਲ ਭਾਗ ਕਰਕੇ ਦੇਖਦੇ ਹਾਂ ਕਿ ਉੱਤਰ ਕੀ ਆਉਂਦਾ ਹੈ। ਇਸ ਦੇ ਲਈ ਅਸੀਂ ਬੱਚਿਓ ਪਹਿਲਾਂ 28 ਦਾ ਪਹਾੜਾ ਤਿਆਰ ਕਰਦੇ ਹਾਂ। 28 ਦਾ ਪਹਾੜਾ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਅਸੀਂ 2 ਦਾ ਪਹਾੜਾ ਲਿਖ ਲੈਂਦੇ ਹਾਂ। ਇਸੇ ਤਰ੍ਹਾਂ ਅਸੀਂ 8 ਦਾ ਪਹਾੜਾ ਲਿਖ ਲੈਂਦੇ ਹਾਂ। 28 ਦਾ ਪਹਾੜਾ ਬਣਾਉਣ ਲਈ 2 ਦੇ ਪਹਾੜੇ ਦਾ 2 ਤੇ 8 ਦੇ ਪਹਾੜੇ ਦਾ 8 ਲਿਖ ਕੇ 28 ਲਿਖਦੇ ਹਾਂ। 28 ਗੁਣਾ 2 ਬਣਾਉਣ ਲਈ 2 ਦੇ ਪਹਾੜੇ ਦਾ 4 ਤੇ 16 ਦਾ ਦਹਾਈ ਅੰਕ 1 ਜੋੜ ਕੇ 5 ਲਿਖਦੇ ਹਾਂ ਤੇ 6 ਨੂੰ ਉਸੇ ਤਰ੍ਹਾਂ ਲਿਖ ਕੇ 56 ਲਿਖਦੇ ਹਾਂ। 28 ਗੁਣਾ 3 ਬਣਾਉਣ ਲਈ 2 ਦੇ ਪਹਾੜੇ ਦਾ 6 ਤੇ 24 ਦਾ ਦਹਾਈ ਅੰਕ 2 ਜੋੜ ਕੇ 8 ਬਣਦਾ ਹੈ ਤੇ 4 ਨਾਲ ਉਸੇ ਤਰ੍ਹਾਂ ਲਿਖ ਕੇ 84 ਲਿਖਦੇ ਹਾਂ। 28 ਗੁਣਾ 4 ਬਣਾਉਣ ਲਈ 2 ਦੇ ਪਹਾੜੇ ਦਾ 8 ਤੇ 32 ਦਾ ਦਹਾਈ ਅੰਕ 3 ਜੋੜ ਕੇ 11 ਬਣਦਾ ਹੈ ਤੇ 2 ਨੂੰ ਉਸੇ ਤਰ੍ਹਾਂ ਨਾਲ ਲਿਖ ਕੇ 112 ਲਿਖਦੇ ਹਾਂ। ਇਸੇ ਤਰ੍ਹਾਂ 2 ਅਤੇ 8 ਦੇ ਪਹਾੜੇ ਨੂੰ ਵਰਤਦੇ ਹੋਏ ਅਸੀਂ 28 ਦਾ ਸਾਰਾ ਪਹਾੜਾ ਤਿਆਰ ਕਰ ਲੈਂਦੇ ਹਾਂ। ਬੱਚਿਓ, ਹੁਣ ਸਾਡੇ ਕੋਲ ਭਾਜ 112 ਹੈ ਤੇ 28 ਸਾਡੇ ਕੋਲ ਭਾਜਕ ਹੈ। ਜਦੋਂ 2 ਅੰਕਾਂ ਦੇ ਭਾਜਕ ਦੇ ਨਾਲ ਕਿਸੇ ਵੀ ਸੰਖਿਆ ਨੂੰ ਭਾਗ ਕਰਦੇ ਹਾਂ ਤਾਂ ਭਾਜ ਦੇ ਪਹਿਲੇ 2 ਅੰਕਾਂ ਤੱਕ ਦਾ ਪਹਾੜਾ ਪੜਿਆ ਜਾਂਦਾ ਹੈ। ਪਰ ਬੱਚਿਓ, 11 ਸੰਖਿਆ 28 ਤੋਂ ਛੋਟੀ ਹੈ ਤੇ 28 ਦੇ ਪਹਾੜੇ ਵਿੱਚ ਨਹੀਂ ਆਉਂਦੀ। ਇਸ ਲਈ ਹੁਣ ਅਸੀਂ 3 ਅੰਕਾਂ ਤੱਕ 28 ਦਾ ਪਹਾੜਾ ਪੜਾਂਗੇ। 28 ਦੇ ਪਹਾੜੇ ਨੂੰ ਉੱਥੇ ਤੱਕ ਪੜਾਂਗੇ ਜਾਂ ਤਾਂ ਸੰਖਿਆ 112 ਆ ਜਾਵੇ ਜਾਂ ਉਸ ਤੋਂ ਛੋਟੀ ਸੰਖਿਆ ਦੇਖਾਂਗੇ। ਹੁਣ ਬੱਚਿਓ, 28 ਦੇ ਪਹਾੜੇ ਵਿੱਚ ਦੇਖੋ 28 ਗੁਣਾ 4 ਬਰਾਬਰ 112 ਹੁੰਦਾ ਹੈ। ਬੱਚਿਓ, 112 ਵਿੱਚੋਂ 112 ਘਟਾਉਣ ਤੇ ਸਾਡੇ ਕੋਲ 0 ਆਉਂਦਾ ਹੈ ਤੇ ਹੁਣ ਉੱਪਰ ਕੋਈ ਹੋਰ ਸੰਖਿਆ ਵੀ ਨਹੀਂ ਹੈ ਜਿਸ ਨੂੰ ਅਸੀਂ ਹੇਠਾਂ ਉਤਾਰ ਸਕੀਏ। ਤਾਂ 112 ਨੂੰ 28 ਨਾਲ ਅਸੀਂ ਭਾਗ ਕਰ ਲਿਆ ਹੈ ਤੇ ਇਸ ਤਰ੍ਹਾਂ ਅਸੀਂ ਦੇਖਿਆ 112 ਨੂੰ 28 ਨਾਲ ਭਾਗ ਕਰਨ ਤੇ ਸਾਡੇ ਕੋਲ 4 ਉੱਤਰ ਆਉਂਦਾ ਹੈ। ਬੱਚਿਓ, ਹੁਣ ਅਸੀਂ ਸਵਾਲ ਦੀ ਪੜਤਾਲ ਕਰਕੇ ਦੇਖਦੇ ਹਾਂ। ਪੜਤਾਲ ਵਿੱਚ ਸਾਨੂੰ ਪਤਾ ਹੈ ਭਾਗਫਲ ਗੁਣਾ ਭਾਜਕ ਜਮਾ ਬਾਕੀ ਭਾਜ ਦੇ ਬਰਾਬਰ ਹੋਣਾ ਚਾਹੀਦਾ ਹੈ। ਇੱਥੇ ਸਾਡੇ ਕੋਲ ਭਾਜ 112 ਹੈ, ਭਾਗਫਲ ਬਰਾਬਰ 4 ਹੈ ਅਤੇ ਭਾਜਕ 28 ਹੈ ਅਤੇ 0 ਬਾਕੀ ਹੈ। ਹੁਣ ਬੱਚਿਓ, 4 ਗੁਣਾ 28 ਬਰਾਬਰ 112 ਹੁੰਦਾ ਹੈ। 0 ਨੂੰ ਅਸੀਂ ਉਸੇ ਤਰ੍ਹਾਂ ਲਿਖ ਲੈਂਦੇ ਹਾਂ। 112 ਜਮਾ 0 ਬਰਾਬਰ 112 ਹੁੰਦਾ ਹੈ। ਭਾਜ ਵੀ 112 ਹੈ। ਇਸ ਤਰ੍ਹਾਂ ਬੱਚਿਓ, ਪੜਤਾਲ ਦੇ ਅਨੁਸਾਰ ਸਾਡਾ ਸਵਾਲ ਠੀਕ ਹੈ। ਇਸ ਤਰ੍ਹਾਂ ਬੱਚਿਓ, ਅਸੀਂ ਘਟਾਓ ਵਿਧੀ ਰਾਹੀਂ ਦੇਖਿਆ 112 ਫੁੱਲਾਂ ਦੀਆਂ 4 ਮਾਲਾ ਤਿਆਰ ਹੁੰਦੀਆਂ ਹਨ ਅਤੇ ਅਸੀਂ ਭਾਗ ਦੀ ਮਿਆਰੀ ਵਿਧੀ ਰਾਹੀਂ ਵੀ ਦੇਖਿਆ 112 ਭਾਗ 28 ਬਰਾਬਰ ਉੱਤਰ 4 ਹੀ ਆ ਰਿਹਾ ਹੈ। ਤੇ ਘਰ ਦੇ ਕੰਮ ਵਿੱਚ ਬੱਚਿਓ, ਤੁਸੀਂ ਅਭਿਆਸ 2.8 ਦੇ 6ਵੇਂ ਸਵਾਲ ਤੋਂ D, E, F, G ਅਤੇ H ਭਾਗ ਨੂੰ ਹੱਲ ਕਰਨਾ ਹੈ
जिस तरह ਅੱਜ ਅਸੀਂ ਇਸ ਸਵਾਲ ਨੂੰ ਹੱਲ ਕੀਤਾ ਹੈ। ਥੈਂਕ ਯੂ। Hello children, as you have already done this exercise on page number 25, that is, color the picture according to the colors filled in the shapes. So today we will practice this exercise with some more pictures. Let's start. So children, now we are going to fill this robot with different colors according to the shapes of its parts. Starting from its head, we can see that it's in a rectangular shape, and here we are going to use a yellow rectangle. Then for face, which is in square shape, which has blue circles, orange triangle and yellow rectangle. Then again we have rectangle, then yellow rectangle. Then for its stomach, which is in square shape, we are going to use a red color. Now for its arms, firstly we'll fill its circular parts. As you can see that here we have blue circles, so let's place them correctly one by one, here and here. So for these parts, what is the shape of these parts? Yes, rectangle. For these rectangles, we are going to use yellow rectangles like this and like this. Now for legs, which are also in rectangular shape. So these are the yellow rectangles. Now for feet, what is the shape of its feet? Yes, triangular. So here we have orange triangles. So we have placed them like this. At last, these two circles are for buttons, which are in blue color. So children, in this picture we have 1, 2, 3, 4, 5, 6, 7. 7 rectangles in yellow color, 1 and 2. 2 squares in red color. Then 1, 2, 3, 4, 5, 6, 7, 8. 8 circles in blue color. Then 1, 2 and 3. 3 triangles in orange color. Now it's time for homework, and your homework is, here is a butterfly and you have to fill all its parts with given colorful shapes like blue circles, a red square and green ovals. So children, fill this butterfly and it will look like this. So that's all for today. Thank you. ਪਿਆਰੇ ਬੱਚਿਓ, ਅੱਜ ਆਪਾਂ ਪਾਠ 9 ਰੁੱਖ ਦੇ ਸੁਖ ਵਿੱਚੋਂ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਕਰਾਂਗੇ। ਦੇਖੋ ਬੱਚਿਓ, ਇਹ ਸ਼ਹਿਤੂਤ ਦਾ ਫਲ ਹੈ। ਕੀ ਤੁਸੀਂ ਜਾਣਦੇ ਹੋ ਸ਼ਹਿਤੂਤ ਦੇ ਫਲ ਨੂੰ ਕੀ ਕਿਹਾ ਜਾਂਦਾ ਹੈ? ਗਲੋਲਾਂ, ਤੂਤੀਆਂ, ਨਮੋਲੀਆਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਬੱਚਿਓ, ਸ਼ਹਿਤੂਤ ਦੇ ਫਲ ਨੂੰ ਤੂਤੀਆਂ ਕਿਹਾ ਜਾਂਦਾ ਹੈ। ਤੁਸੀਂ ਵੀ ਇਹ ਫਲ ਜ਼ਰੂਰ ਖਾਧਾ ਹੋਵੇਗਾ। ਪ੍ਰਸ਼ਨ ਨੰਬਰ 2 ਹੈ, ਬਹੁਤ ਸਾਰੇ ਰੁੱਖਾਂ ਦੇ ਛਿੱਲੜ, ਪੱਤੇ, ਸੱਕ, ਜੜ੍ਹਾਂ ਆਦਿ ਦੀ ਵਰਤੋਂ ਖਾਲੀ ਥਾਂ
ਹਥਿਆਰ ਬਣਾਉਣ ਲਈ ਕੀਤੀ ਜਾਂਦੀ ਹੈ, ਜਿਉਂਦੇ ਰਹਿਣ ਲਈ ਕੀਤੀ ਜਾਂਦੀ ਹੈ, ਖਾਦ ਬਣਾਉਣ ਲਈ ਕੀਤੀ ਜਾਂਦੀ ਹੈ ਜਾਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ? ਇਸ ਦਾ ਉੱਤਰ ਹੈ ਬੱਚਿਓ, ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਬਹੁਤ ਸਾਰੇ ਰੁੱਖਾਂ ਦੇ ਛਿੱਲੜ, ਪੱਤੇ, ਸੱਕ, ਜੜ੍ਹਾਂ ਆਦਿ ਦੀ ਵਰਤੋਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 3 ਹੈ, ਮਨੁੱਖ ਨੂੰ ਸਾਹ ਲੈਣ ਲਈ ਕਿਹੜੀ ਚੀਜ਼ ਦੀ ਲੋੜ ਹੁੰਦੀ ਹੈ? ਕਾਰਬਨ ਡਾਈਆਕਸਾਈਡ ਦੀ, ਭੋਜਨ ਦੀ, ਆਕਸੀਜਨ ਦੀ ਜਾਂ ਹਵਾ ਦੀ? ਬੱਚਿਓ, ਕਿਸੇ ਵੀ ਮਨੁੱਖ ਨੂੰ ਸਾਹ ਲੈਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ, ਇਸ ਲਈ ਇਸ ਦਾ ਸਹੀ ਉੱਤਰ ਹੈ ਆਕਸੀਜਨ ਦੀ। ਠੀਕ ਹੈ ਬੱਚਿਓ। ਪ੍ਰਸ਼ਨ ਨੰਬਰ 4 ਹੈ, ਸਾਨੂੰ ਸਾਹ ਲੈਣ ਲਈ ਆਕਸੀਜਨ ਕਿੱਥੋਂ ਮਿਲਦੀ ਹੈ? ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਾਨੂੰ ਆਕਸੀਜਨ ਕਿੱਥੋਂ ਮਿਲਦੀ ਹੈ, ਤਾਂ ਆਓ ਜਾਣੀਏ। ਰੁੱਖਾਂ ਤੋਂ, ਸਿਲੰਡਰ ਤੋਂ, ਜੰਤੂਆਂ ਤੋਂ ਜਾਂ ਸੂਰਜ ਤੋਂ? ਇਸ ਦਾ ਉੱਤਰ ਹੈ ਬੱਚਿਓ, ਰੁੱਖਾਂ ਤੋਂ। ਪ੍ਰਸ਼ਨ ਨੰਬਰ 5 ਹੈ, ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਖਾਲੀ ਥਾਂ ਮੂਲ ਵਾਸੀ ਕਿਹਾ ਜਾਂਦਾ ਹੈ, ਅਨਪੜ੍ਹ ਕਿਹਾ ਜਾਂਦਾ ਹੈ, ਆਦੀਵਾਸੀ ਕਿਹਾ ਜਾਂਦਾ ਹੈ ਜਾਂ ਟੱਪਰੀਵਾਸ ਕਿਹਾ ਜਾਂਦਾ ਹੈ? ਇਸ ਦਾ ਉੱਤਰ ਹੈ ਬੱਚਿਓ, ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਦੀਵਾਸੀ ਕਿਹਾ ਜਾਂਦਾ ਹੈ। ਬੱਚਿਓ, ਆਦੀਵਾਸੀ ਲੋਕਾਂ ਦਾ ਸਾਰਾ ਜੀਵਨ ਜੰਗਲਾਂ ਦੇ ਸਹਾਰੇ ਹੀ ਬੀਤਦਾ ਹੈ। ਪ੍ਰਸ਼ਨ ਨੰਬਰ 6 ਹੈ, ਵਾਤਾਵਰਣ ਦੀ ਸੰਭਾਲ ਲਈ ਸਾਨੂੰ ਵੱਧ ਤੋਂ ਵੱਧ ਖਾਲੀ ਥਾਂ, ਰੁੱਖ ਲਾਉਣੇ ਚਾਹੀਦੇ ਹਨ, ਫੈਕਟਰੀਆਂ ਲਾਉਣੀਆਂ ਚਾਹੀਦੀਆਂ ਹਨ, ਸੜਕਾਂ ਬਣਾਉਣੀਆਂ ਚਾਹੀਦੀਆਂ ਹਨ ਜਾਂ ਪਾਣੀ ਦੀ ਬਚਤ ਨਹੀਂ ਕਰਨੀ ਚਾਹੀਦੀ? ਸੋਚੋ ਬੱਚਿਓ, ਸਾਨੂੰ ਕੀ ਕਰਨਾ ਚਾਹੀਦਾ ਹੈ? ਇਸ ਦਾ ਉੱਤਰ ਹੈ, ਵਾਤਾਵਰਣ ਦੀ ਸੰਭਾਲ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਠੀਕ ਹੈ ਬੱਚਿਓ। ਤੁਸੀਂ ਇਹ ਸਾਰੇ ਪ੍ਰਸ਼ਨ ਉੱਤਰ ਆਪਣੀਆਂ ਕਾਪੀਆਂ ਤੇ ਲਿਖਣੇ ਵੀ ਹਨ ਅਤੇ ਯਾਦ ਵੀ ਕਰਨੇ ਹਨ। ਜਮਾਤ 5ਵੀਂ, ਵਿਸ਼ਾ ਪੰਜਾਬੀ, ਪਾਠ 8, ਚਿੜੀਆ ਘਰ। ਪਿਆਰੇ ਬੱਚਿਓ, ਤੁਸੀਂ ਸਾਰਿਆਂ ਨੇ ਚਿੜੀਆ ਘਰ ਕਵਿਤਾ ਬਹੁਤ ਹੀ ਚੰਗੀ ਤਰ੍ਹਾਂ ਪੜ੍ਹ ਲਈ ਹੈ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਕਵਿਤਾ ਸਮਝ ਵੀ ਆ ਗਈ ਹੋਵੇਗੀ। ਬੇਟਾ, ਕਿਸੇ ਵੀ ਪਾਠ ਨੂੰ ਪੜ੍ਹਨ ਅਤੇ ਸਮਝਣ ਤੋਂ ਬਾਅਦ ਅਸੀਂ ਉਸ ਪਾਠ ਨੂੰ ਆਪਣੇ ਸ਼ਬਦਾਂ ਵਿੱਚ ਵਿਅਕਤ ਕਰ ਸਕਦੇ ਹਾਂ, ਜਿਸ ਲਈ ਸਾਨੂੰ ਵਾਕਾਂ ਦੀ ਬਣਤਰ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਸੋ ਪਿਆਰੇ ਬੱਚਿਓ, ਸਾਡਾ ਅੱਜ ਦਾ ਉਪ ਵਿਸ਼ਾ ਇਸੇ ਨਾਲ ਸੰਬੰਧਿਤ ਹੈ, ਸ਼ਬਦਾਂ ਨੂੰ ਵਾਕਾਂ ਵਿੱਚ ਵਰਤਣਾ। ਬੇਟਾ, ਵਾਕਾਂ ਰਾਹੀਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਬਿਆਨ ਕਰ ਸਕਦੇ ਹਾਂ। ਚਲੋ ਬੇਟਾ, ਫਿਰ ਸ਼ੁਰੂ ਕਰਦੇ ਹਾਂ। ਹੇਠਾਂ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਆਨੰਦ, ਰੱਖ, ਕਥਾ, ਛੰਬ, ਬਣਮਾਨਸ, ਕੈਦ। ਬੱਚਿਓ, ਇਹ ਸਾਰੇ ਸ਼ਬਦ ਮੈਂ ਇਸੇ ਪਾਠ ਵਿੱਚੋਂ ਲਏ ਹਨ। ਅੱਜ ਅਸੀਂ ਇਹਨਾਂ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਣ ਬਾਰੇ ਸਿੱਖਾਂਗੇ। ਸਾਡਾ ਪਹਿਲਾ ਸ਼ਬਦ ਹੈ ਆਨੰਦ। ਆਨੰਦ ਦਾ ਅਰਥ ਹੁੰਦਾ ਹੈ ਖੁਸ਼ੀ। ਸਾਡਾ ਪਹਿਲਾ ਵਾਕ ਹੈ, ਰੱਖਾਂ ਵਿੱਚ ਜਾਨਵਰ ਆਨੰਦ ਮਾਣਦੇ ਹਨ। ਸਾਡਾ ਦੂਸਰਾ ਵਾਕ ਹੈ, ਬੱਚਿਆਂ ਨੂੰ ਖੇਡ ਕੇ ਬਹੁਤ ਆਨੰਦ ਆਉਂਦਾ ਹੈ। ਸਾਡਾ ਦੂਸਰਾ ਸ਼ਬਦ ਹੈ ਰੱਖ। ਬੇਟਾ, ਰੱਖ ਦਾ ਅਰਥ ਹੁੰਦਾ ਹੈ ਛੋਟਾ ਜਿਹਾ ਜੰਗਲ ਜਿਸ ਵਿੱਚ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ। ਆਓ ਫਿਰ ਰੱਖ 'ਤੇ ਵਾਕ ਬਣਾਈਏ। ਸਾਡਾ ਪਹਿਲਾ ਵਾਕ ਹੈ, ਜੰਗਲੀ ਜਾਨਵਰ ਰੱਖਾਂ ਵਿੱਚ ਖੁਸ਼ ਰਹਿੰਦੇ ਹਨ। ਇਸੇ ਤਰ੍ਹਾਂ
ਦੂਸਰਾ ਵਾਕ ਬਣਾਉਂਦੇ ਹਾਂ। ਰੱਖਾਂ ਵਿੱਚ ਕਈ ਤਰ੍ਹਾਂ ਦੇ ਜੀਵ ਜੰਤੂ ਹੁੰਦੇ ਹਨ। ਬੇਟਾ ਸਾਡਾ ਤੀਸਰਾ ਸ਼ਬਦ ਹੈ ਕਥਾ। ਕਥਾ ਤੋਂ ਭਾਵ ਕਹਾਣੀ ਹੈ। ਆਓ ਫਿਰ ਕਥਾ ਸ਼ਬਦ 'ਤੇ ਵਾਕ ਬਣਾਈਏ। ਸਾਡਾ ਪਹਿਲਾ ਵਾਕ ਹੈ ਬਾਰਾਂਸਿੰਗੇ ਦੀ ਕਥਾ ਬਹੁਤ ਸਿੱਖਿਆਦਾਇਕ ਹੈ। ਸਾਡਾ ਦੂਸਰਾ ਵਾਕ ਹੈ ਦਾਦੀ ਜੀ ਬੱਚਿਆਂ ਨੂੰ ਕਥਾ ਸੁਣਾਉਂਦੇ ਹਨ। ਸਾਡਾ ਚੌਥਾ ਸ਼ਬਦ ਹੈ ਛੰਭ। ਛੰਭ ਦਾ ਅਰਥ ਤਲਾਅ ਹੁੰਦਾ ਹੈ। ਸਾਡਾ ਪਹਿਲਾ ਵਾਕ ਹੈ ਛੰਭ ਵਿੱਚ ਹੰਸ ਤਰਦੇ ਹਨ। ਸਾਡਾ ਦੂਸਰਾ ਵਾਕ ਹੈ ਸਕੂਲ ਦੇ ਕੋਲ ਇੱਕ ਛੋਟਾ ਜਿਹਾ ਛੰਭ ਹੈ। ਸਾਡਾ ਅਗਲਾ ਸ਼ਬਦ ਹੈ ਬਣਮਾਨਸ। ਬਣਮਾਨਸ ਤੋਂ ਭਾਵ ਮਨੁੱਖ ਦੀ ਸ਼ਕਲ ਵਰਗਾ ਇੱਕ ਜੰਗਲੀ ਜਾਨਵਰ। ਆਓ ਫਿਰ ਇਸ ਸ਼ਬਦ 'ਤੇ ਵਾਕ ਬਣਾਈਏ। ਸਾਡਾ ਪਹਿਲਾ ਵਾਕ ਹੈ ਬਣਮਾਨਸ ਮਨੁੱਖ ਵਾਂਗ ਤੁਰਦਾ ਹੈ। ਦੂਸਰਾ ਵਾਕ ਅਸੀਂ ਚਿੜੀਆ ਘਰ ਵਿੱਚ ਬਣਮਾਨਸ ਵੇਖੇ। ਪਿਆਰੇ ਬੱਚਿਓ ਸਾਡਾ ਆਖਰੀ ਸ਼ਬਦ ਹੈ ਕੈਦ। ਕੈਦ ਦਾ ਅਰਥ ਹੁੰਦਾ ਹੈ ਗੁਲਾਮ। ਪਹਿਲਾ ਵਾਕ ਪੰਛੀਆਂ ਅਤੇ ਜਾਨਵਰਾਂ ਨੂੰ ਕੈਦ ਨਹੀਂ ਕਰਨਾ ਚਾਹੀਦਾ। ਸਾਡਾ ਦੂਸਰਾ ਵਾਕ ਹੈ ਪਿੰਜਰੇ 'ਚ ਕੈਦ ਪੰਛੀਆਂ ਦਾ ਜੀਵਨ ਤਰਸਯੋਗ ਹੁੰਦਾ ਹੈ। ਪਿਆਰੇ ਬੱਚਿਓ ਹੁਣ ਸਮਾਂ ਹੈ ਘਰ ਦੇ ਕੰਮ ਦਾ। ਮੈਂ ਤੁਹਾਨੂੰ ਕੁਝ ਸ਼ਬਦ ਦੇਵਾਂਗੀ ਜਿਨ੍ਹਾਂ ਤੋਂ ਤੁਸੀਂ ਨਵੇਂ ਵਾਕ ਬਣਾਉਣੇ ਹਨ ਅਤੇ ਉਹਨਾਂ ਵਾਕਾਂ ਨੂੰ ਸੋਹਣਾ ਕਰਕੇ ਆਪਣੀਆਂ ਕਾਪੀਆਂ 'ਤੇ ਲਿਖਣਾ ਹੈ। ਸਾਡਾ ਪਹਿਲਾ ਸ਼ਬਦ ਹੈ ਉਡਾਰੀ। ਦੂਸਰਾ ਸ਼ਬਦ ਝੀਲ। ਤੀਸਰਾ ਸ਼ਬਦ ਸੁਨੇਹਾ। ਚੌਥਾ ਸ਼ਬਦ ਡਾਰ। ਪੰਜਵਾਂ ਸ਼ਬਦ ਛੱਤਬੀੜ। ਛੇਵਾਂ ਸ਼ਬਦ ਕੋਸੀ। ਪਿਆਰੇ ਬੱਚਿਓ ਤੁਸੀਂ ਇਹਨਾਂ ਸ਼ਬਦਾਂ ਤੋਂ ਇਲਾਵਾ ਹੋਰ ਸ਼ਬਦ ਲੈ ਕੇ ਉਹਨਾਂ ਦੇ ਵਾਕ ਬਣਾਉਣ ਦਾ ਅਭਿਆਸ ਵੀ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਬਹੁ ਵਿਕਲਪਿਕ ਪ੍ਰਸ਼ਨ ਕਰਦੇ ਹਾਂ। ਇਹਨਾਂ ਨੂੰ MCQ ਵੀ ਕਿਹਾ ਜਾਂਦਾ ਹੈ। ਬਹੁ ਵਿਕਲਪਿਕ ਪ੍ਰਸ਼ਨਾਂ ਵਿੱਚ ਇੱਕ ਪ੍ਰਸ਼ਨ ਦੇ 4 ਉੱਤਰ ਹੁੰਦੇ ਹਨ। ਇਹਨਾਂ ਵਿੱਚੋਂ ਆਪਾਂ ਸਹੀ ਉੱਤਰ ਤੇ ਟਿਕ ਦਾ ਨਿਸ਼ਾਨ ਲਗਾਉਂਦੇ ਹਾਂ। ਆਓ ਸ਼ੁਰੂ ਕਰਦੇ ਹਾਂ। ਪ੍ਰਸ਼ਨ ਨੰਬਰ 1 ਹੈ ਬੱਦਲ ਵਿੱਚ ਛੁਪੀਆਂ ਸੰਖਿਆਵਾਂ ਦਾ ਜੋੜਫਲ ਕਿੰਨਾ ਹੋਵੇਗਾ। ਤਾਂ ਪਿਆਰੇ ਬੱਚਿਓ ਬੱਦਲ ਵਿੱਚ ਇਹ ਸੈਂਕੜੇ, ਇਕਾਈਆਂ, ਦਹਾਈਆਂ, ਹਜ਼ਾਰ ਲਿਖਿਆ ਹੋਇਆ ਹੈ। ਸਭ ਤੋਂ ਪਹਿਲਾਂ 3000 ਬਰਾਬਰ 3000 ਸੰਖਿਆ ਹੈ ਅਤੇ ਬੱਚਿਓ ਉਸ ਤੋਂ ਬਾਅਦ ਹੈ 8 ਸੈਂਕੜੇ ਬਰਾਬਰ 800। 800 ਸੰਖਿਆ ਆਪਾਂ ਇਸ ਵਿੱਚ ਜੋੜ ਲੈਂਦੇ ਹਾਂ ਤਾਂ ਆਪਣੇ ਕੋਲੇ ਜੋੜਫਲ 3800 ਹੋ ਜਾਂਦਾ ਹੈ। ਉਸ ਤੋਂ ਬਾਅਦ ਪਿਆਰੇ ਬੱਚਿਓ 4 ਦਹਾਈਆਂ ਬਰਾਬਰ 40 ਤਾਂ 40 ਸੰਖਿਆ ਜੋੜਨ ਨਾਲ ਜੋੜਫਲ 3840 ਬਣ ਜਾਂਦਾ ਹੈ। ਇਸੇ ਪ੍ਰਕਾਰ 7 ਇਕਾਈਆਂ ਬਰਾਬਰ 7 ਇਸ ਵਿੱਚ ਜੋੜ ਲੈਂਦੇ ਹਾਂ ਤਾਂ ਜੋੜਫਲ 3847 ਬਣ ਜਾਂਦਾ ਹੈ। ਤੇ ਉੱਤਰ ਦੇਖਦੇ ਹਾਂ ਬੱਚਿਓ ਕਿਹੜਾ ਸਹੀ ਹੈ। ਹਾਂਜੀ ਬੱਚਿਓ ਦੱਸੋ। ਜੀ ਹਾਂ ਬੱਚਿਓ ਈੜੀ ਉੱਤਰ ਸਹੀ ਹੈ ਤੇ ਇਸ ਤੇ ਆਪਾਂ ਟਿਕ ਦਾ ਨਿਸ਼ਾਨ ਲਗਾ ਲੈਂਦੇ ਹਾਂ। ਪ੍ਰਸ਼ਨ ਨੰਬਰ 2 ਕਰਦੇ ਹਾਂ। ਇੱਕ ਦੁਕਾਨਦਾਰ ਨੇ 670 ਕੇਲਿਆਂ ਦੀ ਖਰੀਦ ਕੀਤੀ। ਉਹਨਾਂ ਵਿੱਚੋਂ 37 ਕੇਲੇ ਖਰਾਬ ਹੋ ਗਏ ਜਿਨ੍ਹਾਂ ਨੂੰ ਸੁੱਟ ਦਿੱਤਾ ਗਿਆ ਅਤੇ ਸਹੀ ਕੇਲਿਆਂ ਵਿੱਚੋਂ 423 ਕੇਲੇ ਵੇਚ ਦਿੱਤੇ। ਉਸ ਕੋਲ ਕਿੰਨੇ ਕੇਲੇ ਬਚੇ ਇਹ ਪਤਾ ਕਰਨ ਲਈ ਸਹੀ ਕਿਰਿਆ ਦੱਸੋ। ਤਾਂ ਬੱਚਿਓ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕੇਲਿਆਂ ਦੀ ਖਰੀਦ ਕੀਤੀ 670 ਕੇਲਿਆਂ ਦੀ। ਤਾਂ ਬੱਚਿਓ ਉਸ ਦੇ ਵਿੱਚੋਂ 37 ਕੇਲੇ ਖਰਾਬ ਹੋ ਗਏ ਜੋ ਸੁੱਟ ਦਿੱਤੇ। ਤਾਂ ਪਿਆਰੇ ਬੱਚਿਓ ਜੋ ਕੇਲੇ ਸੁੱਟ ਦਿੱਤੇ ਉਹ ਕੇਲੇ 670 ਵਿੱਚ ਵਧਣਗੇ ਜਾਂ 670 ਵਿੱਚੋਂ ਘਟਣਗੇ। ਹਾਂਜੀ ਬੱਚਿਓ
ਜੀ ਹਾਂ ਬੱਚਿਓ, ਤਾਂ ਉਹ ਕੇਲੇ 670 ਵਿੱਚੋਂ ਘਟਣਗੇ 37 ਕੇਲੇ। ਅਤੇ ਬੱਚਿਓ ਇਸ ਤੋਂ ਬਾਅਦ ਉਸ ਨੇ ਸਹੀ ਕੇਲਿਆਂ ਵਿੱਚੋਂ 423 ਕੇਲੇ ਵੇਚ ਦਿੱਤੇ। ਤਾਂ ਪਿਆਰੇ ਬੱਚਿਓ ਇਹ ਦੱਸੋ ਕਿ ਵੇਚ ਦਿੱਤੇ ਕੇਲੇ ਉਹ ਹੁਣ ਸਾਰੇ ਕੇਲਿਆਂ ਵਿੱਚੋਂ ਸਹੀ ਕੇਲਿਆਂ ਵਿੱਚੋਂ ਘਟਣਗੇ ਜਾਂ ਉਹਨਾਂ ਵਿੱਚ ਵਧਣਗੇ? ਜੀ ਹਾਂ ਬੱਚਿਓ, ਉਹ ਕੇਲੇ ਵੀ ਇਹਨਾਂ ਵਿੱਚੋਂ ਘਟ ਜਾਣਗੇ। ਤਾਂ 423 ਕੇਲੇ ਹੋਰ ਘਟ ਜਾਂਦੇ ਆ। ਤਾਂ ਆਪਾਂ ਇਹ ਕਿਰਿਆ ਦੇਖਦੇ ਹਾਂ ਕਿਹੜੇ ਉੱਤਰ ਵਿੱਚ ਦਿੱਤੀ ਹੋਈ ਹੈ। ਆੜੇ ਉੱਤਰ ਵਿੱਚ ਦਿੱਤੀ ਹੋਈ ਹੈ, ਤਾਂ ਆੜੇ ਉੱਤਰ ਤੇ ਸਹੀ ਦਾ ਨਿਸ਼ਾਨ ਲਗਾ ਲੈਂਦੇ ਹਾਂ। ਅੱਗੇ ਬੱਚਿਓ ਪ੍ਰਸ਼ਨ ਨੰਬਰ 3 ਹੈ। ਚਿੱਤਰ ਵਿੱਚ ਦਿਖਾਏ ਅਨੁਸਾਰ ਹਰਜੀਤ ਹਰੇਕ ਪਲੇਟ ਵਿੱਚ 5-5 ਸੇਬ ਰੱਖਦਾ ਹੈ, ਤਾਂ ਦੱਸੋ ਸਾਰੇ ਬਰਤਨਾਂ ਵਿੱਚ ਉਸਨੇ ਕਿੰਨੇ ਸੇਬ ਰੱਖੇ? ਤਾਂ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਇਹ ਪਲੇਟਾਂ ਵਿੱਚ 5-5 ਸੇਬ ਰੱਖ ਲੈਂਦਾ ਹੈ। ਤਾਂ 5 ਪਲੇਟਾਂ ਵਿੱਚ 5-5 ਸੇਬ ਰੱਖ ਲਏ, ਤਾਂ ਕਿੰਨੇ ਸੇਬ ਰੱਖੇਗੇ ਬੱਚਿਓ? ਬਿਲਕੁਲ ਸਹੀ, 25 ਸੇਬ ਰੱਖੇ ਜਾਂਦੇ ਹਨ। ਇਸ ਤੋਂ ਬਾਅਦ ਉੱਪਰਲੀਆਂ ਪਲੇਟਾਂ ਵਿੱਚ 5-5 ਸੇਬ ਹੋਰ ਰੱਖ ਲਏ ਹਨ ਹਰਜੀਤ ਨੇ, ਤਾਂ ਹੁਣ ਕਿੰਨੇ ਸੇਬ ਬਣ ਗਏ ਬੱਚਿਓ? ਜੀ ਹਾਂ ਬੱਚਿਓ, 25 ਤੇ 25 50 ਸੇਬ ਹੋ ਗਏ ਹਨ। ਤਾਂ ਇਸ ਤੋਂ ਬਾਅਦ ਬੱਚਿਓ 5 ਪਲੇਟਾਂ ਵਿੱਚ 5-5 ਸੇਬ ਹੋਰ ਰੱਖ ਲਏ, ਯਾਨੀ ਕਿ 25 ਸੇਬ ਹੋਰ ਰੱਖ ਲਏ, ਤਾਂ ਹੁਣ ਕਿੰਨੇ ਸੇਬ ਹੋ ਗਏ ਬੱਚਿਓ? ਹਾਂਜੀ ਬੱਚਿਓ ਦੱਸੋ। ਜੀ ਹਾਂ ਬੱਚਿਓ, 75 ਸੇਬ ਬਣ ਜਾਂਦੇ ਹਨ। ਤਾਂ ਪਿਆਰੇ ਬੱਚਿਓ ਇਸ ਨੂੰ ਆਪਾਂ ਦੂਸਰੇ ਤਰੀਕੇ ਨਾਲ ਵੀ ਕਰ ਸਕਦੇ ਹਾਂ ਕਿ ਹਰੇਕ ਪਲੇਟ ਵਿੱਚ 5 ਸੇਬ ਹਨ, ਤਾਂ 5 ਨੂੰ 15 ਵਾਰ ਜੋੜ ਲਈਏ, ਜਾਂ ਤਾਂ 5 ਨੂੰ 15 ਤੇ ਗੁਣਾ ਕਰਕੇ ਵੀ 75 ਆਉਂਦਾ ਹੈ। ਤਾਂ ਉੱਤਰ ਦੱਸੋ ਬੱਚਿਓ ਕਿਹੜਾ ਸਹੀ ਹੈ? ਹਾਂਜੀ ਬੱਚਿਓ, ਆੜਾ ਉੱਤਰ ਸਹੀ ਹੈ, ਬਿਲਕੁਲ ਸਹੀ ਬੱਚਿਓ। ਤਾਂ ਆੜੇ ਤੇ ਆਪਾਂ ਟਿਕ ਦਾ ਨਿਸ਼ਾਨ ਲਗਾ ਲੈਂਦੇ ਹਾਂ। ਅੱਗੇ ਪ੍ਰਸ਼ਨ ਨੰਬਰ 4 ਕਰਦੇ ਹਾਂ। ਸਥਾਨਕ ਮੁੱਲ ਸਾਰਣੀ ਵਿੱਚ ਦੋਵੇਂ 5 ਦੇ ਸਥਾਨਕ ਮੁੱਲ ਦੇ ਗੁਣਨਫਲ ਪਤਾ ਕਰੋ। ਜੋ ਬੱਚੋ ਇਕਾਈ ਦੇ ਸਥਾਨ ਤੇ 5 ਹੈ, ਤਾਂ ਇਸ ਦਾ ਸਥਾਨਕ ਮੁੱਲ 5 ਬਣਦਾ ਹੈ। ਅਤੇ ਦੂਸਰਾ 5 ਬੱਚਿਓ ਕਿਹੜੇ ਸਥਾਨ ਤੇ ਹੈ? ਜੀ ਹਾਂ ਬੱਚਿਓ, ਸੈਂਕੜੇ ਦੇ ਸਥਾਨ ਤੇ ਹੈ। ਤਾਂ ਸੈਂਕੜੇ ਦੇ ਸਥਾਨ ਤੇ 5 ਹੈ, ਤਾਂ ਉਸ ਦਾ ਸਥਾਨਕ ਮੁੱਲ ਕਿੰਨਾ ਹੋਵੇਗਾ ਬੱਚਿਓ? ਹਾਂਜੀ ਬੱਚਿਓ, 500 ਹੋਵੇਗਾ। ਤੇ ਆਪਾਂ ਬੱਚਿਓ ਪਤਾ ਕਰਨਾ ਹੈ ਇਹਨਾਂ ਦਾ ਗੁਣਨਫਲ। ਤਾਂ ਗੁਣਨਫਲ ਲਈ ਆਪਾਂ 5 ਅਤੇ 500 ਨੂੰ ਗੁਣਾ ਕਰ ਲੈਂਦੇ ਹਾਂ। ਗੁਣਾ ਕਰਨੀ ਆਉਂਦੀ ਹੈ ਸਾਰੇ ਬੱਚਿਆਂ ਨੂੰ? ਤਾਂ ਗੁਣਾ ਕਰਨ ਤੇ ਆਪਣੇ ਕੋਲੇ 2500 ਸੰਖਿਆ ਆ ਜਾਂਦੀ ਹੈ। ਤੇ ਹੁਣ ਬੱਚਿਓ ਆਪਾਂ ਉੱਤਰ ਦੇਖਦੇ ਹਾਂ ਕਿਹੜਾ ਸਹੀ ਹੋਵੇਗਾ। ਹਾਂਜੀ, ਸੱਸਾ ਉੱਤਰ ਸਹੀ ਹੈ, ਬਿਲਕੁਲ ਸਹੀ। ਇਸ ਤੇ ਸਹੀ ਦਾ ਨਿਸ਼ਾਨ ਲਗਾ ਲੈਂਦੇ ਹਾਂ। ਪ੍ਰਸ਼ਨ ਨੰਬਰ 5 ਕਰਦੇ ਹਾਂ। ਜੇਕਰ ਤੁਸੀਂ ਹਰ ਰੋਜ਼ 4 ਗਲਾਸ ਪਾਣੀ ਪੀਂਦੇ ਹੋ, ਤਾਂ ਤੁਸੀਂ ਹਫ਼ਤੇ ਵਿੱਚ ਕਿੰਨੇ ਗਲਾਸ ਪਾਣੀ ਪੀਤਾ? ਇੱਕ ਹਫ਼ਤੇ ਵਿੱਚ ਬੱਚਿਓ 7 ਦਿਨ ਹੁੰਦੇ ਹਨ, ਤਾਂ ਇੱਕ ਦਿਨ ਵਿੱਚ 4 ਗਲਾਸ ਪਾਣੀ ਪੀਤੇ, ਤਾਂ 4 ਗਲਾਸ 7 ਵਾਰੀ ਗਿਣੇ ਜਾਣਗੇ। ਤਾਂ ਇਹ ਆਪਾਂ ਦੇਖ ਲੈਂਦੇ ਹਾਂ 4-4 7 ਵਾਰੀ ਕਿਹੜੇ ਉੱਤਰ ਵਿੱਚ ਦਿੱਤੇ ਹਨ ਬੱਚਿਓ? ਦੇਖੋ ਬੱਚਿਓ, 4 ਗਲਾਸ 7 ਵਾਰੀ, ਹਾਂਜੀ ਬੱਚਿਓ, ਊੜੇ ਉੱਤਰ ਵਿੱਚ ਹਨ। ਤਾਂ ਊੜੇ ਉੱਤਰ ਤੇ ਆਪਾਂ ਟਿਕ ਦਾ ਨਿਸ਼ਾਨ ਲਗਾ ਲੈਂਦੇ ਹਾਂ। ਤਾਂ ਬੱਚਿਓ ਇਹ ਸਾਰੇ ਸਵਾਲ ਤੱਕ ਤੁਸੀਂ ਆਪਣੀਆਂ ਕਾਪੀਆਂ ਤੇ ਸਾਫ਼-ਸਾਫ਼ ਨੋਟ ਕਰਨੇ ਹਨ। ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ। ਬਾਏ ਬਾਏ ਬੱਚਿਓ। Hello dear students, today my topic is from lesson number 3, Child and Grandma. Today we are going to write some simple sentences about the given picture. So let's talk about this picture. Observe the picture carefully. What can you see in this picture? There is a little boy in this picture. So we can write, there is a little boy.
there is a little boy. Now notice, what is he wearing? He is wearing blue t-shirt and red shorts. Next sentence is, he is wearing t-shirt and shorts. He is wearing t-shirt and shorts. Okay? He is talking with his grandmother. He is talking with his grandmother. Okay? Dear children, what else can you see in this picture? Yes, she is wearing purple suit. Okay? She is wearing purple suit. She is wearing purple suit. Right, children? Now notice the color of dupatta. It is of yellow color. The next sentence is, she is wearing yellow dupatta. She is wearing yellow dupatta. Notice, they both are smiling. And the last sentence, which we can write, they are smiling. They are smiling. Let's repeat again. There is a little boy. He is wearing t-shirt and shorts. He is wearing t-shirt and shorts. He is talking with his grandmother. He is talking with his grandmother. Next is, she is wearing purple suit. She is wearing purple suit. She is wearing yellow dupatta. She is wearing yellow dupatta. And the last sentence is, they are smiling. They are smiling. Dear students, it's time for homework. Note down all the sentences in your notebooks. Keep learning. Thank you. ਪਿਆਰੇ ਬੱਚਿਓ, ਅੱਜ ਅਸੀਂ ਪਾਠ 9ਵਾਂ ਜੰਗਲ ਅਤੇ ਜੀਵਨ ਵਿੱਚੋਂ ਯਾਦ ਰੱਖਣਯੋਗ ਗੱਲਾਂ ਅਤੇ ਖਾਲੀ ਥਾਵਾਂ ਭਰੋ ਕਰਾਂਗੇ। ਆਓ ਸ਼ੁਰੂ ਕਰਦੇ ਹਾਂ ਯਾਦ ਰੱਖਣਯੋਗ ਗੱਲਾਂ ਤੋਂ। ਪਹਿਲੀ ਯਾਦ ਰੱਖਣਯੋਗ ਗੱਲ ਹੈ, ਪੰਜਾਬ ਵਿੱਚ ਜੰਗਲ ਬਹੁਤ ਘੱਟ ਹਨ। ਬੱਚਿਓ, ਜੰਗਲਾਂ ਨੂੰ ਬਹੁਤ ਤੇਜ਼ੀ ਨਾਲ ਕੱਟਿਆ ਜਾ ਰਿਹਾ ਹੈ, ਜਿਸ ਕਰਕੇ ਜੰਗਲਾਂ ਦੀ ਗਿਣਤੀ ਬਹੁਤ ਘਟਦੀ ਜਾ ਰਹੀ ਹੈ। ਜੰਗਲ ਵਿੱਚ ਕੀ ਹੁੰਦਾ ਹੈ ਬੱਚਿਓ? ਹਾਂਜੀ, ਜਾਨਵਰ ਰਹਿੰਦੇ ਹਨ, ਰੁੱਖ ਹੁੰਦੇ ਹਨ ਅਤੇ ਜੜੀ ਬੂਟੀਆਂ ਮਿਲਦੀਆਂ ਹਨ। ਨੰਬਰ 2, ਆਦੀਵਾਸੀ ਲੋਕ ਜੰਗਲਾਂ ਵਿੱਚ ਰਹਿੰਦੇ ਹਨ। ਬੱਚਿਓ,
ਜੰਗਲਾਂ ਵਿੱਚ ਰਹਿਣ ਵਾਲੇ ਲੋਕ ਆਦੀਵਾਸੀ ਹੁੰਦੇ ਹਨ। ਤੀਸਰੀ ਯਾਦ ਰੱਖਣਯੋਗ ਗੱਲ ਕੀ ਹੈ? ਆਦੀਵਾਸੀ ਲੋਕ ਬਿਮਾਰੀਆਂ ਦਾ ਇਲਾਜ ਜੜੀ ਬੂਟੀਆਂ ਨਾਲ ਕਰਦੇ ਹਨ। ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਆਦੀਵਾਸੀਆਂ ਦਾ ਸਾਰਾ ਜੀਵਨ ਹੀ ਜੰਗਲ ਵਿੱਚ ਗੁਜ਼ਰਦਾ ਹੈ ਅਤੇ ਜੇਕਰ ਕਿਤੇ ਉਹ ਬਿਮਾਰ ਹੋ ਜਾਂਦੇ ਹਨ ਤਾਂ ਉਹ ਆਪਣੀ ਬਿਮਾਰੀ ਦਾ ਇਲਾਜ ਵੀ ਜੜੀ ਬੂਟੀਆਂ ਦੇ ਨਾਲ ਹੀ ਕਰਦੇ ਹਨ। ਨੰਬਰ 4, ਧਰਤੀ ਦੀ ਉੱਪਰਲੀ ਪਰਤ ਦਾ ਖੁਰਨਾ ਭੌਂਕ ਹੋਰ ਅਖਵਾਉਂਦਾ ਹੈ। ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਬੰਨ੍ਹ ਕੇ ਰੱਖਦੀਆਂ ਹਨ। ਇਸ ਕਰਕੇ ਜੰਗਲਾਂ ਦੀ ਕਟਾਈ ਧਰਤੀ ਦੀ ਉੱਪਰਲੀ ਪਰਤ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਕਰਕੇ ਮਿੱਟੀ ਖੁਰਨ ਲੱਗ ਜਾਂਦੀ ਹੈ, ਜਿਸ ਨੂੰ ਅਸੀਂ ਭੌਂਕ-ਖੋਰ ਕਹਿੰਦੇ ਹਾਂ। ਪੰਜਵੀਂ ਅਤੇ ਅਖੀਰਲੀ ਯਾਦ ਰੱਖਣਯੋਗ ਗੱਲ ਕੀ ਹੈ ਬੱਚਿਓ? ਸਫੈਦਾ ਮੂਲ ਰੂਪ ਵਿੱਚ ਆਸਟ੍ਰੇਲੀਆ ਦਾ ਰੁੱਖ ਹੈ। ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਸਫੈਦਾ ਭਾਰਤ ਦਾ ਰੁੱਖ ਨਹੀਂ ਹੈ, ਇਹ ਆਸਟ੍ਰੇਲੀਆ ਦਾ ਪੌਦਾ ਹੈ। ਇਹ ਸਨ ਸਾਡੀਆਂ ਬੱਚਿਓ ਯਾਦ ਰੱਖਣਯੋਗ ਗੱਲਾਂ। ਆਓ ਬੱਚਿਓ, ਹੁਣ ਅਸੀਂ ਇਸ ਪਾਠ ਦੀਆਂ ਖਾਲੀ ਥਾਵਾਂ ਭਰੋ ਕਰੀਏ। ਸਭ ਤੋਂ ਪਹਿਲੀ ਜੋ ਖਾਲੀ ਥਾਂ ਹੈ ਉਹ ਹੈ ਡੈਸ਼ ਲੋਕ ਜੰਗਲਾਂ ਵਿੱਚ ਰਹਿੰਦੇ ਹਨ। ਬੱਚਿਓ, ਹੇਠਾਂ ਕੁਝ ਉੱਤਰ ਦਿੱਤੇ ਹੋਏ ਹਨ, ਤੁਸੀਂ ਉਹਨਾਂ ਵਿੱਚੋਂ ਸਹੀ ਅਤੇ ਢੁਕਵਾਂ ਉੱਤਰ ਲੱਭ ਕੇ ਮੈਨੂੰ ਦੱਸੋ। ਹਾਂਜੀ, ਸ਼ਾਬਾਸ਼। ਆਦੀਵਾਸੀ ਲੋਕ ਜੰਗਲਾਂ ਵਿੱਚ ਰਹਿੰਦੇ ਹਨ। ਦੂਸਰੀ ਖਾਲੀ ਥਾਂ ਕੀ ਹੈ ਬੱਚਿਓ? ਧਰਤੀ ਦੇ ਲਗਭਗ ਡੈਸ਼ ਪ੍ਰਤੀਸ਼ਤ ਜੀਵ ਜੰਤੂ ਅਤੇ ਪੌਦੇ ਜੰਗਲਾਂ ਵਿੱਚ ਰਹਿੰਦੇ ਹਨ। ਹਾਂਜੀ, ਧਰਤੀ ਦੇ ਲਗਭਗ 70% ਜੀਵ ਜੰਤੂ ਅਤੇ ਪੌਦੇ ਜੰਗਲਾਂ ਵਿੱਚ ਰਹਿੰਦੇ ਹਨ। ਤੀਸਰੀ ਖਾਲੀ ਥਾਂ ਬੱਚਿਓ, ਰੁੱਖਾਂ ਦੀਆਂ ਜੜ੍ਹਾਂ ਡੈਸ਼ ਨੂੰ ਬੰਨ੍ਹ ਕੇ ਰੱਖਦੀਆਂ ਹਨ। ਹਾਂਜੀ, ਇਸ ਦਾ ਉੱਤਰ ਆਏਗਾ ਮਿੱਟੀ। ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਬੰਨ੍ਹ ਕੇ ਰੱਖਦੀਆਂ ਹਨ। ਚੌਥੀ ਅਤੇ ਅਖੀਰਲੀ ਖਾਲੀ ਥਾਂ, ਜੰਗਲਾਂ ਦੀ ਕਟਾਈ ਨਾਲ ਜੀਵਾਂ ਦੇ ਡੈਸ਼ ਨਸ਼ਟ ਹੋ ਰਹੇ ਹਨ। ਜੰਗਲਾਂ ਦੀ ਕਟਾਈ ਨਾਲ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋ ਰਹੇ ਹਨ। ਸੋ ਬੱਚਿਓ, ਇਹ ਸਨ ਸਾਡੀਆਂ ਖਾਲੀ ਥਾਵਾਂ ਭਰੋ। ਹੁਣ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਹੈ ਅਤੇ ਸਮਝ ਲਿਆ ਹੈ। ਹੁਣ ਸਮਾਂ ਹੈ ਘਰ ਦੇ ਕੰਮ ਦਾ। ਘਰ ਦੇ ਕੰਮ ਦੇ ਵਿੱਚ ਬੱਚਿਓ ਤੁਸੀਂ ਇਹਨਾਂ ਯਾਦ ਰੱਖਣਯੋਗ ਗੱਲਾਂ ਅਤੇ ਖਾਲੀ ਥਾਵਾਂ ਭਰੋ ਨੂੰ ਆਪਣੀਆਂ ਕਾਪੀਆਂ ਤੇ ਸੁੰਦਰ ਲਿਖਾਈ ਵਿੱਚ ਲਿਖਣਾ ਹੈ ਅਤੇ ਇਹਨਾਂ ਨੂੰ ਯਾਦ ਕਰਕੇ ਆਪਣੇ ਭੈਣ ਭਰਾਵਾਂ ਨੂੰ ਸੁਣਾਉਣਾ ਹੈ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਆਪਾਂ ਸੁੰਦਰ ਲਿਖਾਈ ਦੇ ਉੱਤੇ ਗੱਲਬਾਤ ਕਰਦੇ ਪਏ ਹਾਂ ਤੇ ਅੱਜ ਆਪਾਂ ਤੀਜੇ ਸੈੱਟ ਦੇ ਦੂਜੇ ਅੱਖਰ ਲੱਲਾ ਦੇ ਉੱਤੇ ਪਹੁੰਚ ਗਏ ਹਾਂ। ਤਾਂ ਹੁਣ ਬੱਚੇ ਤੁਸੀਂ ਬੋਰਡ ਦੇ ਉੱਤੇ ਧਿਆਨ ਨਾਲ ਦੇਖੋ, ਅੱਖਰ ਲੱਲੇ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਉਣੀ ਹੈ। ਤੀਜੇ ਸੈੱਟ ਦਾ ਦੂਜਾ ਅੱਖਰ ਲੱਲਾ। ਇਹਦੇ ਵਿੱਚ ਵੀ ਬੱਚੇ ਸਭ ਤੋਂ ਪਹਿਲਾ ਸਟੈਪ ਅਸੀਂ ਜਿੰਨੀ ਅੰਦਾਜ਼ੇ ਨਾਲ ਅੱਖਰ ਦੀ ਜਿਹੜੀ ਚੌੜਾਈ ਲੈਣੀ ਹੈ ਉਹ ਉੱਪਰਲੀ ਰੇਖਾ ਦੇ ਪੈਰਲਲ ਅਸੀਂ ਰੇਖਾ ਉਹਦੇ ਬਿਲਕੁਲ ਉੱਤੇ ਰੇਖਾ ਖਿੱਚ ਲੈਣੀ ਆ ਅੰਦਾਜ਼ੇ ਦੇ ਨਾਲ। ਔਰ ਇੱਕ ਗੱਲ ਦਾ ਧਿਆਨ ਰੱਖਣਾ ਵੀ ਲੱਲਾ ਅੱਖਰ ਦੀ ਚੌੜਾਈ ਆਮ ਦੂਜੇ ਅੱਖਰਾਂ ਨਾਲੋਂ ਥੋੜੀ ਜੀ ਵੱਧ ਹੁੰਦੀ ਆ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਇਹਦੇ ਥੋੜਾ ਜਿਹਾ ਰਾਈਟ ਸਾਈਡ ਤੇ ਅੰਦਰ ਜਾ ਕੇ ਇੱਥੋਂ ਅਸੀਂ ਹੇਠਲੇ ਪਾਸੇ ਨੂੰ ਰੇਖਾ ਲੈ ਜਾਂਦੀ ਅੱਧ ਤੋਂ ਮਾਮੂਲੀ ਜਿਹਾ ਥੱਲੇ ਲੈ ਕੇ ਜਾਣੀ ਆ ਔਰ ਇਸ ਬਿੰਦੂ ਤੋਂ ਅਸੀਂ ਇਧਰਲੇ ਪਾਸੇ ਨੂੰ ਰੇਖਾ ਲੈ ਜਾਂਦੀ। ਇਹ ਟ੍ਰਾਇੰਗਲ ਬਣ ਗਈ। ਇਹਦੀ ਨੌਬ ਆ ਜਿਹੜੀ ਆਹ ਸੈਂਟਰ ਲਾਈਨ ਜਿਹੜੀ ਸ਼ੋ ਕੀਤੀ ਇਹਦੇ ਨਾਲੋਂ ਹੇਠਲੇ ਪਾਸੇ ਨੂੰ ਆਊਗੀ। ਸੋ ਫਿਰ ਤੁਸੀਂ ਕੀ ਅੰਦਾਜ਼ਾ ਇਸ ਰੇਖਾ ਦਾ ਅੱਧ ਕਰਕੇ ਇਹਦੇ ਅੱਧ ਦੇ ਵਿੱਚੋਂ ਇਸ ਬਿੰਦੂ ਤੋਂ ਸ਼ੁਰੂ ਕਰਨੀ ਹੈ ਔਰ ਇੱਥੋਂ ਗੋਲਾਈ ਦਿੰਦੇ ਹੋਏ ਇਸ ਹੇਠਲੀ ਰੇਖਾ ਦੇ ਨਾਲ ਟੱਚ ਕਰ ਲੈਣਾ
ਔਰ ਇਧਰਲੇ ਪਾਸੇ ਵੀ ਇਸ ਰੇਖਾ ਦੇ ਲਗਭਗ ਹਾਫ ਕਰਦੇ ਹੋਏ, ਹਾਫ ਤੋਂ ਇੱਥੋਂ ਗੋਲਾਈ ਬਣਾਉਂਦੇ ਹੋਏ ਇੱਥੇ ਥੱਲੇ ਆ ਜਾਣਾ ਬੱਚੇ। ਫਿਰ ਧਿਆਨ ਨਾਲ ਦੇਖ ਲਓ, ਲੱਲਾ ਇਹ ਬਣ ਗਿਆ ਅੱਖਰ ਸਾਡੇ ਕੋਲੇ ਲੱਲਾ। ਔਰ ਫਿਰ ਦੇਖੋ ਇਹਦੀ ਲੱਲੇ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਉਣੀ ਹੈ, ਕੀ ਸਟੈਪ ਫੋਲੋ ਕਰਨੇ ਆ। ਸਭ ਤੋਂ ਪਹਿਲਾਂ ਆਹ ਰੇਖਾ ਅੰਦਾਜ਼ੇ ਨਾਲ ਜਿੰਨੀ ਅਸੀਂ ਅੱਖਰ ਦੀ ਚੌੜਾਈ ਲੈਣੀ ਆ, ਔਰ ਇਹਦੇ ਅੱਧ ਤੋਂ ਇਹਦੇ ਥੋੜਾ ਜਿਹਾ ਅੰਦਰਲੇ ਪਾਸੇ ਜਾ ਕੇ ਇੱਥੋਂ ਅਸੀਂ ਆਹ ਰੇਖਾ ਇੱਥੇ ਲੈ ਕੇ ਆਏ, ਇੱਥੋਂ ਠਹਿਰਾਓ ਕਰਕੇ ਇੱਥੋਂ ਫੇਰ ਉੱਪਰ ਨੂੰ ਲੈ ਗਏ, ਔਰ ਇਸ ਰੇਖਾ ਦੇ ਲਗਭਗ ਅੱਧ ਦੇ ਵਿੱਚੋਂ ਇੱਥੋਂ ਸ਼ੁਰੂ ਕਰਦੇ ਹੋਏ ਇੱਧਰ ਨੂੰ ਗੋਲਾਈ ਦੇ ਦਿੱਤੀ ਅਸੀਂ, ਤੇ ਇਸ ਰੇਖਾ ਦੇ ਅੱਧ ਤੋਂ ਅਸੀਂ ਇੱਧਰ ਨੂੰ ਗੋਲਾਈ ਦੇ ਦਿੱਤੀ, ਔਰ ਇਹ ਸਾਡੇ ਕੋਲੇ ਬਣ ਗਿਆ ਅੱਖਰ ਲੱਲਾ। ਸੋ ਲੱਲਾ ਅੱਖਰ ਦੀ ਬਣਤਰ ਵੀ ਬੇਟਾ ਤੁਸੀਂ ਧਿਆਨ ਦੇ ਨਾਲ ਕਰ ਲੈਣੀ ਆ, ਆਪਣੀਆਂ ਵਰਕਸ਼ੀਟਾਂ ਦੇ ਉੱਤੇ ਇਹਦਾ ਅਭਿਆਸ ਕਰ ਲੈਣਾ ਪੈਨਸਲ ਦੇ ਨਾਲ। ਕੱਲ ਫੇਰ ਆਪਾਂ ਨਵੇਂ ਅੱਖਰ ਦੇ ਨਾਲ ਤੁਹਾਨੂੰ ਮਿਲਾਂਗੇ। ਬਹੁਤ ਬਹੁਤ ਧੰਨਵਾਦ।